ਪੰਜਵੇਂ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਅਸੀਂ 12ਵੇਂ ਹਫ਼ਤੇ ਵਿੱਚ ਹਾਂ ਅਤੇ ਇਹ ਇਸ ਪੂਰੇ ਕੋਰਸ ਦਾ ਲਗਭਗ ਆਖਰੀ ਲੈਕਚਰ ਹੈ। ਅਤੇ ਇਸ ਵਿਸ਼ੇਸ਼ ਹਫ਼ਤੇ ਵਿੱਚ ਅਸੀਂ ਆਮ ਤੌਰ ਤੇ ਲੀਨੀਅਰ ਰੀਜਨ ਤੋਂ ਇਲਾਵਾ ਵੇਵਜ਼, ਅਸਲ ਵਿੱਚ ਲੀਨੀਅਰ ਰੀਜਨ ਤੋਂ ਇਲਾਵਾ ਓਸੀਲੇਸ਼ਨਸ ਅਤੇ ਵੇਵਜ਼ ਨੂੰ ਦੇਖਦੇ ਰਹੇ ਹਾਂ। ਅਤੇ ਹੁਣ ਅਸੀਂ ਇਸ ਅਰਥ ਵਿੱਚ ਇੱਕ ਸਮਾਲ ਡਾਈਗਰੈਸ਼ਨ ਕਰਾਂਗੇ ਕਿ ਅੱਜ ਇਸ ਆਖਰੀ ਲੈਕਚਰ ਵਿੱਚ ਮੇਰੇ ਕੋਲ ਦੋ ਚੀਜ਼ਾਂ ਹਨ। ਇੱਕ ਹੈ ਕੁਆਂਟਮ ਮਕੈਨਿਕਸ ਵਿੱਚ ਵੇਵਜ਼ ਬਾਰੇ ਅਸਲ ਵਿੱਚ ਸੰਖੇਪ ਜਾਣਕਾਰੀ ਦੇਣਾ, ਅਤੇ ਫਿਰ ਮੈਂ ਪਿਛਲੇ 12 ਹਫ਼ਤਿਆਂ ਵਿੱਚ ਜੋ ਕੁਝ ਵੀ ਤੁਸੀਂ ਸਿੱਖਿਆ ਹੈ, ਉਸ ਦੀ ਇੱਕ ਕੁਇਕ ਪਿਕਟੋਰੀਅਲ ਸਮਰੀ ਦੇਵਾਂਗਾ। ਮੈਂ ਜਾਣਦਾ ਹਾਂ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਇਸ ਕੋਰਸ ਨੂੰ ਦੇਖਣ ਵਾਲੇ ਜ਼ਿਆਦਾਤਰ ਲੋਕਾਂ ਨੇ ਕੁਆਂਟਮ ਮਕੈਨਿਕਸ ਬਾਰੇ ਸਹੀ ਜਾਣਕਾਰੀ ਨਹੀਂ ਦੇਖੀ ਹੈ। ਇਸ ਲਈ ਇਹ ਕੁਝ ਬੇਸਿਕ ਆਈਡੀਆ ਦੇਣ ਦੀ ਇੱਕ ਬਹੁਤ ਹੀ ਉੱਚ ਪੱਧਰੀ ਕੋਸ਼ਿਸ਼ ਹੈ, ਖਾਸ ਤੌਰ ਤੇ ਇਸ ਗੱਲ ਤੇ ਧਿਆਨ ਫੋਕਸ ਕਰਨ ਲਈ ਕਿ ਕਿਵੇਂ ਵੇਵਜ਼ ਕੁਆਂਟਮ ਮਕੈਨਿਕਸ ਵਿੱਚ ਦਿਖਾਈ ਦਿੰਦੀਆਂ ਹਨ। ਇਸ ਤੋਂ ਜ਼ਿਆਦਾ ਨਹੀਂ, ਕੁਆਂਟਮ ਦੇ ਵਿਚਾਰ ਬਾਰੇ ਮੈਕਸ ਪਲੈਂਕ ਦੇ ਕੰਮ ਵਿੱਚ ਪਤਾ ਲਗਾਇਆ ਜਾ ਸਕਦਾ ਹੈ। ਉਸਨੇ ਇਹ 1897 ਤੋਂ 1900 ਵਿੱਚ ਕਿਸੇ ਸਮੇਂ ਕੀਤਾ ਸੀ। ਇਸ ਲਈ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਬਲੈਕ ਬੋਡੀ ਰੇਡੀਏਸ਼ਨ ਕਿਸ ਨੂੰ ਕਿਹਾ ਜਾਂਦਾ ਹੈ। ਇਸ ਲਈ ਬਲੈਕ ਬੋਡੀ ਰੇਡੀਏਸ਼ਨ ਕਰਵ ਇੱਥੇ ਦਿਖਾਈਆਂ ਗਈਆਂ ਹਨ। ਇਸ ਲਈ ਇੱਥੇ ਜਿਸ ਨੂੰ ਪਲੋਟ ਕੀਤਾ ਗਿਆ ਹੈ ਉਹ ਵੇਵਲੈਂਥ ਦੇ ਫੰਕਸ਼ਨ ਦੇ ਰੂਪ ਵਿੱਚ ਇੰਟੈਂਸਿਟੀ ਹੈ। ਇਸ ਲਈ ਇਹ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਇੰਟੈਂਸਿਟੀ ਇਸ ਦੀ ਵੇਵਲੈਂਥ ਦੇ ਇੱਕ ਫੰਕਸ਼ਨ ਦੇ ਰੂਪ ਵਿੱਚ ਹੈ, ਅਤੇ ਇਸ ਦੇ ਇਸ ਕਿਸਮ ਦੇ ਰੂਪ ਹਨ ਤਾਂ ਹਰ ਇੱਕ ਤਾਪਮਾਨ ਦੀ ਇੱਕ ਖਾਸ ਵੈਲਿਊ ਲਈ ਹੈ। ਤੁਸੀਂ ਕਹਿ ਸਕਦੇ ਹੋ, ਉਦਾਹਰਨ ਲਈ ਗ੍ਰੀਨ ਕਰਵ ਤਾਪਮਾਨ T1 ਲਈ ਹੁੰਦੀ ਹੈ, ਅਤੇ ਬਲੂ ਕਰਵ ਤਾਪਮਾਨ T2 ਲਈ ਹੁੰਦੀ ਹੈ, ਅਤੇ ਰੈੱਡ ਕਰਵ ਕਿਸੇ ਹੋਰ ਤਾਪਮਾਨ T3 ਲਈ ਹੁੰਦੀ ਹੈ। ਇਸ ਲਈ ਤਾਪਮਾਨ ਸਾਰੀ ਕਰਵ ਵਿੱਚ ਸਥਿਰ ਹੁੰਦਾ ਹੈ, ਅਤੇ ਆਮ ਤੌਰ ਤੇ T1 T2 ਤੋਂ ਵੱਡਾ ਹੋਵੇਗਾ ਜੋ ਕਿ T3 ਤੋਂ ਵੱਡਾ ਹੋਵੇਗਾ। ਕਿਸੇ ਵੀ ਕੇਸ ਵਿੱਚ ਸਾਡੇ ਲਈ ਜ਼ਰੂਰੀ ਕੀ ਹੈ? ਕਿਸੇ ਵੀ ਕੇਸ ਵਿੱਚ ਤੁਸੀਂ ਕਿਸੇ ਹੋਰ ਸੰਦਰਭ ਵਿੱਚ ਬਲੈਕ ਬੋਡੀ ਰੇਡੀਏਸ਼ਨ ਬਾਰੇ ਪੜ੍ਹਿਆ ਹੋਵੇਗਾ। ਪਰ ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਬਲੈਕ ਬੋਡੀ ਰੇਡੀਏਸ਼ਨ ਬਾਰੇ ਪਲੈਂਕ ਦੁਆਰਾ ਕਿਵੇਂ ਦੱਸਿਆ ਗਿਆ ਸੀ। ਇਸ ਲਈ ਉਸ ਦੀ ਹਾਈਪੋਥੀਸਿਸ ਇਹ ਸੀ ਕਿ ਐਨਰਜੀ ਦਾ ਵਟਾਂਦਰਾ ਕੁਆਂਟਾ ਦੀਆਂ ਡਿਸਕ੍ਰੀਟ ਯੂਨਿਟਸ ਵਿੱਚ ਹੁੰਦਾ ਹੈ। ਇਹ ਕੁਝ ਵੱਖਰਾ ਕਿਉਂ ਹੈ? ਕਿਉਂਕਿ ਪਲੈਂਕ ਦੁਆਰਾ ਆਪਣਾ ਵਿਚਾਰ ਦੇਣ ਤੋਂ ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਐਨਰਜੀ ਇੱਕ ਵੇਵ ਦਾ ਰੂਪ ਹੈ, ਅਤੇ ਆਮ ਤੌਰ ਤੇ ਇਹ ਉਮੀਦ ਕੀਤੀ ਜਾਂਦੀ ਸੀ ਕਿ ਵੇਵ ਕੰਟੀਨਿਊਅਸ ਹੈ। ਇਸ ਲਈ ਐਨਰਜੀ ਇੱਕ ਕੰਟੀਨਿਊਅਸ ਐਂਟੀਟੀ ਹੋਣੀ ਚਾਹੀਦੀ ਹੈ। ਮੈਕਸ ਪਲੈਂਕ ਨੇ ਇਹਨਾਂ ਸਾਰੀਆਂ ਵਿਆਖਿਆਵਾਂ ਨਾਲ ਕੋਸ਼ਿਸ਼ ਕੀਤੀ ਸੀ, ਅਤੇ ਕੰਮ ਨਹੀਂ ਆਈ। ਆਪਣੇ ਖੁਦ ਦੇ ਦਾਖਲੇ ਦੁਆਰਾ ਸਿਰਫ ਸ਼ੁਰੂਆਤੀ ਫਰਸਟ੍ਰੇਸ਼ਨ ਵਿੱਚ ਉਸਨੇ ਇਹ ਧਾਰਨਾ ਬਣਾ ਲਈ ਕਿ ਇਸ ਡਿਸਕ੍ਰੀਟ ਕੁਆਂਟਾ ਵਿੱਚ ਊਰਜਾ ਦਾ ਆਦਾਨ ਪ੍ਰਦਾਨ ਕੀਤਾ ਜਾ ਸਕਦਾ ਹੈ। ਇਸ ਲਈ ਜਿਵੇਂ ਇੱਥੇ ਦਿਖਾਇਆ ਗਿਆ ਹੈ, ਐਨਰਜੀ h ਨਿਊ ਹੈ। h ਜਿਸ ਨੂੰ ਅੱਜ ਅਸੀਂ ਪਲੈਂਕਸ ਕੋਨਸਟੈਂਟ ਕਹਿੰਦੇ ਹਾਂ, ਅਤੇ ਨਿਊ ਫ੍ਰੀਕੁਐਂਸੀ ਹੈ। ਇਸ ਲਈ ਜੇਕਰ ਇਸ ਧਾਰਨਾ ਨੂੰ ਲਿਆ ਗਿਆ ਹੋਵੇ ਤਾਂ ਬੇਸ਼ੱਕ ਬਹੁਤ ਜ਼ਿਆਦਾ ਕੰਮ ਕਰਨਾ ਪਏਗਾ। ਇਸ ਲਈ ਤੁਸੀਂ ਸਭ ਕੁਝ ਕਰਦੇ ਹੋ ਤਾਂ ਤੁਸੀਂ ਇਸ ਇੰਟੈਂਸਿਟੀ ਵਰਸਸ ਵੇਵ ਕਰਵ ਦੀ ਵਿਆਖਿਆ ਕਰ ਸਕਦੇ ਹੋ। ਇਸ ਲਈ ਇਸ ਨੂੰ ਬਲੈਕ ਬੋਡੀ ਰੇਡੀਏਸ਼ਨ ਕਰਵ ਕਿਹਾ ਜਾਂਦਾ ਹੈ। ਇਸ ਲਈ ਫਿਜ਼ਿਕਸ ਦੀ ਇੱਕ ਮਹੱਤਵਪੂਰਨ ਅਜ਼ੰਪਸ਼ਨ ਜੋ ਬਲੈਕ ਬੋਡੀ ਰੇਡੀਏਸ਼ਨ ਬਾਰੇ ਦੱਸਦੀ ਹੈ, ਇਹ ਹੈ ਕਿ ਊਰਜਾ ਦਾ ਵਟਾਂਦਰਾ ਕੁਆਂਟਾ ਦੀਆਂ ਡਿਸਕ੍ਰੀਟ ਯੂਨਿਟਸ ਵਿੱਚ ਹੁੰਦਾ ਹੈ। ਇਸ ਲਈ ਇਹ ਇੱਕ ਵਿਚਾਰ ਦੇ ਰੂਪ ਵਿੱਚ ਅਸਲ ਵਿੱਚ ਕੁਆਂਟਾ ਦੀ ਸ਼ੁਰੂਆਤ ਹੈ। ਇਸ ਤੋਂ ਬਹੁਤ ਬਾਅਦ, ਲਗਭਗ 20-25 ਸਾਲ ਬਾਅਦ, ਡੀ ਬਰੋਏ ਨੇ ਕਿਹਾ ਕਿ ਇੱਥੇ ਹੇਠਾਂ ਦਿੱਤੇ ਕਾਰਨਾਂ ਕਰਕੇ ਨੇਚਰ ਵਿੱਚ ਸਿਮਿਟਰੀ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਕਹਿੰਦੇ ਹੋ ਕਿ ਊਰਜਾ ਦਾ ਵਟਾਂਦਰਾ ਡਿਸਕ੍ਰੀਟ ਯੂਨਿਟਸ ਵਿੱਚ ਹੁੰਦਾ ਹੈ, ਇਹ ਲਗਭਗ ਪਾਰਟੀਕਲਸ ਦੀ ਨੇਚਰ ਨੂੰ ਵੇਵ ਦੇ ਰੂਪ ਵਿੱਚ ਦਰਸਾਉਣ ਵਾਂਗ ਹੈ। ਇਸ ਲਈ ਲਗਭਗ ਇਹ ਕਹਿਣਾ ਕਿ ਊਰਜਾ ਛੋਟੀਆਂ ਯੂਨਿਟਸ ਵਿੱਚ ਲਗਭਗ ਇੱਕ ਪਾਰਟੀਕਲ ਵਾਂਗ ਆਵੇਗੀ। ਇਸ ਲਈ ਡੀ ਬਰੋਏ ਦਾ ਆਰਗੂਮੈਂਟ ਇਹ ਹੈ ਕਿ ਜੇਕਰ ਵੇਵ ਪਾਰਟੀਕਲਸ ਵਾਂਗ ਬਿਹੇਵ ਕਰ ਸਕਦੀ ਹੈ ਤਾਂ ਪਾਰਟੀਕਲ ਸ਼ਾਇਦ ਵੇਵ ਵਾਂਗ ਬਿਹੇਵ ਕਰ ਸਕਦੇ ਹਨ। ਇਸ ਲਈ ਉਹਨਾਂ ਨੇ ਅੱਗੇ ਵਧ ਕੇ ਪਾਰਟੀਕਲ ਨਾਲ ਇੱਕ ਵੇਵ ਨੂੰ ਜੋੜ ਕੇ ਇਸ ਵਿਚਾਰ ਨੂੰ ਕੁਆਂਟੀਟੇਟਿਵ ਬਣਾ ਦਿੱਤਾ, ਅਤੇ ਜਿਸ ਤਰੀਕੇ ਨਾਲ ਇਹ ਕੀਤਾ ਜਾਂਦਾ ਹੈ, ਜਾਂ ਡੀ ਬਰੋਏ ਅਨੁਸਾਰ ਇਹ ਹੈ ਕਿ
ਵੇਵ ਨੂੰ ਪਾਰਟੀਕਲ ਨਾਲ ਜੋੜਿਆ ਜਾ ਸਕਦਾ ਹੈ। ਉਦਾਹਰਨ ਲਈ, ਇੱਥੇ ਮੈਂ ਇਸ ਨੂੰ ਦੇਖਣ ਦਾ ਇੱਕ ਆਮ ਤਰੀਕਾ ਦਿਖਾਇਆ ਹੈ। ਇਹ ਰੈੱਡ ਬਲੌਬ ਜੋ ਤੁਸੀਂ ਦੇਖਦੇ ਹੋ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਹਾਡਾ ਪਾਰਟੀਕਲ ਹੈ, ਅਤੇ ਇਸ ਦੇ ਸਿਖਰ ਤੇ ਮੈਂ ਇੱਕ ਵੇਵ ਡਰਾ ਕੀਤੀ ਹੈ। ਤਾਂ ਹੋ ਸਕਦਾ ਹੈ ਕਿ ਇਸ ਤਰੀਕੇ ਨਾਲ ਪਾਰਟੀਕਲ ਨੂੰ ਦਰਸਾਉਣਾ ਸੰਭਵ ਹੋਵੇ ਜੋ ਵੀ ਇਸ ਦਾ ਮਤਲਬ ਹੋਵੇ, ਪਰ ਇਸ ਨੂੰ ਕੁਆਂਟੀਟੇਟਿਵ ਯੂਨਿਟ ਬਣਾਉਣ ਲਈ ਤੁਹਾਨੂੰ ਇਸ ਬਾਰੇ ਥੋੜ੍ਹਾ ਹੋਰ ਨਿਸ਼ਚਿਤ ਹੋਣਾ ਚਾਹੀਦਾ ਹੈ। ਅਤੇ ਡੀ ਬਰੋਏ ਨੇ ਵੇਵਲੈਂਥ ਦਾ ਇਹ ਵਿਚਾਰ ਪੇਸ਼ ਕੀਤਾ ਕਿ ਅਜਿਹਾ ਨਹੀਂ ਹੈ ਕਿ ਤੁਸੀਂ ਕਿਸੇ ਵੀ ਪਾਰਟੀਕਲ ਨਾਲ ਕਿਸੇ ਵੀ ਵੇਵ ਨੂੰ ਜੋੜ ਸਕਦੇ ਹੋ, ਪਰ ਜੇਕਰ ਤੁਸੀਂ ਕਿਸੇ ਵੇਵ ਨੂੰ ਜੋੜਦੇ ਹੋ ਤਾਂ ਇਸ ਦੀ ਵੇਵਲੈਂਥ ਹੁੰਦੀ ਹੈ ਜੋ ਪਾਰਟੀਕਲ ਦੀ ਕਿਸੇ ਪ੍ਰੋਪਰਟੀ ਨਾਲ ਸੰਬੰਧਿਤ ਹੁੰਦੀ ਹੈ। ਇਹ ਉਹ ਹੈ ਜਿੱਥੋਂ ਕਨੈਕਸ਼ਨ ਆਉਣਾ ਹੈ। ਇਸ ਲਈ ਇਹ ਲੈਂਬਡਾ, ਜਿਸ ਨੂੰ ਡੀ ਬਰੋਏ ਵੇਵ ਕਿਹਾ ਜਾਂਦਾ ਹੈ, h/p ਦੁਆਰਾ ਦਿੱਤਾ ਗਿਆ ਹੈ। ਜਿੱਥੇ p ਮੋਮੈਂਟਾ ਹੈ, p ਪਾਰਟੀਕਲ ਦਾ ਮੋਮੈਂਟਾ ਹੈ। ਤਾਂ ਇਹ ਹੈ ਕਿ ਤੁਸੀਂ ਉਸ ਵੇਵ ਨੂੰ ਕਿਵੇਂ ਜੋੜਦੇ ਹੋ ਜੋ ਤੁਸੀਂ ਪਾਰਟੀਕਲ ਦੀ ਕਿਸੇ ਵਿਸ਼ੇਸ਼ਤਾ ਨਾਲ ਪਾਰਟੀਕਲ ਨਾਲ ਜੋੜਦੇ ਹੋ। ਹਾਲਾਂਕਿ ਤੁਸੀਂ ਇੱਕ ਪਾਰਟੀਕਲ ਨਾਲ ਇੱਕ ਵੇਵ ਨੇਚਰ ਦਾ ਵਰਣਨ ਕਰਨ ਦੇ ਯੋਗ ਹੋ। ਇਸ ਖਾਸ ਫਾਰਮੂਲੇ ਦੇ ਕਾਰਨ ਡੀ ਬਰੋਏ ਇੰਟਰੋਟ ਨੇ ਪੇਸ਼ ਕੀਤਾ ਕਿ ਲੈਂਬਡਾ ਇਕੁਅਲ ਟੂ h/, ਹੁੰਦਾ ਹੈ ਜਦੋਂ p ਕਾਫੀ ਸਮਾਲ ਹੁੰਦਾ ਹੈ। ਇਸ ਤਰ੍ਹਾਂ ਲੈਂਬਡਾ ਮੁਨਾਸਬ ਤੌਰ ਤੇ ਵੇਖਣਯੋਗ ਬਣ ਜਾਂਦਾ ਹੈ। ਅਤੇ ਇਸ ਦਾ ਕਾਰਨ ਇਹ ਹੈ ਕਿ h ਪਲੈਂਕਸ ਕੌਨਸਟੈਂਟ ਹੈ ਜੋ ਅਸਲ ਵਿੱਚ ਇੱਕ ਛੋਟੀ ਸੰਖਿਆ ਹੈ। ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਵੇਵਲੈਂਥ ਕਾਫੀ ਵੱਡੀ ਹੋਵੇ ਤਾਂ ਜੋ ਇਸ ਨੂੰ ਐਕਸਪੈਰੀਮੈਂਟ ਵਿੱਚ ਦੇਖਿਆ ਜਾ ਸਕੇ ਤਾਂ p ਨੂੰ ਸਮਾਲ ਹੋਣਾ ਚਾਹੀਦਾ ਹੈ। ਤਾਂ ਮੋਮੈਂਟਮ ਪਾਰਟੀਕਲ ਦੇ ਪੁੰਜ ਨਾਲ ਸੰਬੰਧਿਤ ਹੈ। ਇਸ ਲਈ ਤੁਹਾਨੂੰ ਉਹਨਾਂ ਪਾਰਟੀਕਲਸ ਨੂੰ ਦੇਖਣ ਦੀ ਲੋੜ ਹੈ ਜਿਨ੍ਹਾਂ ਦਾ ਪੁੰਜ ਅਸਲ ਵਿੱਚ ਛੋਟਾ ਹੈ। ਜੇਕਰ ਪਾਰਟੀਕਲਸ ਵਿੱਚ ਇਹ ਵੇਵ ਕੈਰੇਕਟਰ ਹੈ, ਜਿਵੇਂ ਕਿ ਮੈਂ ਤਸਵੀਰ ਨੂੰ ਸਟੇਟ ਕਰਦਾ ਹਾਂ, ਤਾਂ ਹਰ ਵਾਰ ਜਦੋਂ ਮੈਨੂੰ ਕਿਸੇ ਪਾਰਟੀਕਲ ਨੂੰ ਦਰਸਾਉਣਾ ਪੈਂਦਾ ਹੈ ਤਾਂ ਮੈਨੂੰ ਇੱਕ ਪਾਰਟੀਕਲ ਨਾਲ ਸੰਬੰਧਿਤ ਕੁਝ ਵੇਵਫਾਰਮ ਦੱਸਣ ਦੀ ਲੋੜ ਹੁੰਦੀ ਹੈ। ਇਸ ਲਈ ਕੁਆਂਟਮ ਮਕੈਨਿਕਸ ਵਿੱਚ ਇਸ ਨੂੰ ਵੇਵ ਫੰਕਸ਼ਨ ਕਿਹਾ ਜਾਂਦਾ ਹੈ। ਤਾਂ ਇੱਕ ਪਾਰਟੀਕਲ ਦੀ ਸਟੇਟ ਨੂੰ ਇਸ ਦੇ ਵੇਵ ਫੰਕਸ਼ਨ ਦਾ ਵਰਣਨ ਕਰਕੇ ਦਰਸਾਇਆ ਜਾਂਦਾ ਹੈ। ਅਸਲ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਨੂੰ ਅਸਲ ਵਿੱਚ ਵੇਵ ਫੰਕਸ਼ਨ ਨੂੰ ਕੈਲਕੂਲੇਟ ਕਰਨ ਦੀ ਲੋੜ ਹੈ। ਇਸ ਲਈ ਕੁਆਂਟਮ ਮਕੈਨਿਕਸ ਨਾਲ ਜੁੜੀਆਂ ਜ਼ਿਆਦਾਤਰ ਪ੍ਰੋਬਲਮ ਇਹ ਪਤਾ ਲਗਾਉਣ ਲਈ ਹੁੰਦੀਆਂ ਹਨ ਕਿ ਦੋ ਪਾਰਟੀਕਲ ਦੀ ਸਟੇਟ ਕੀ ਹੈ। ਦੂਜੇ ਸ਼ਬਦਾਂ ਵਿੱਚ ਸਵਾਲ ਇਹ ਹੈ ਕਿ ਮੈਨੂੰ ਵਨ ਡਾਇਮੈਂਸ਼ਨ ਵਿੱਚ ਇੱਕ ਪਾਰਟੀਕਲ ਨਾਲ ਸੰਬੰਧਿਤ ਵੇਵ ਫੰਕਸ਼ਨ ਦੱਸੋ ਜਿਸ ਨਾਲ ਜੁੜੀਆਂ ਡਾਇਨਾਮਿਕਲ ਇਕੁਏਸ਼ਨਸ ਹਨ। ਇਹ ਸ਼੍ਰੋਡਿੰਗਰ ਇਕੁਏਸ਼ਨ ਹੈ ਜੋ ਇੱਥੇ ਦਿੱਤੀ ਗਈ ਹੈ। ਇਸ ਲਈ ਮੈਂ ਇਹ ਵਿਸਥਾਰ ਵਿੱਚ ਨਹੀਂ ਦੱਸ ਰਿਹਾ ਕਿ ਇਹ ਸਭ ਕਿਵੇਂ ਹੋਇਆ ਜਾਂ ਇਸ ਦੇ ਬਹੁਤ ਸਾਰੇ ਇੰਗਰੀਡੀਐਂਟਸ ਕੀ ਹਨ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਚੀਜ਼ ਨੂੰ ਸਮਝੋ ਕਿ ਇਹ ਇੱਕ ਪਾਰਸ਼ੀਅਲ ਡਿਫਰੈਂਸ਼ੀਅਲ ਇਕੁਏਸ਼ਨ ਹੈ। ਬੇਸਿਕਲੀ ਇੱਕ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਵਿੱਚ ਕੋਈ ਨੋਨ ਲੀਨੀਅਰਿਟੀ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜੋ ਅਸੀਂ ਆਪਣੇ ਪਿਛਲੇ 11 ਹਫ਼ਤਿਆਂ ਵਿੱਚ ਵੇਵਜ਼ ਬਾਰੇ ਪੜ੍ਹੀਆਂ ਹਨ, ਉਹਨਾਂ ਵਿੱਚੋਂ ਜ਼ਿਆਦਾਤਰ ਦੀ ਇਸ ਇਕੁਏਸ਼ਨ ਦਾ ਅਧਿਐਨ ਕਰਨ ਲਈ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਹਰ ਉਸ ਚੀਜ਼ ਦੇ ਲਈ ਜੋ ਤੁਸੀਂ ਪੜ੍ਹੀ ਹੈ, ਇੱਥੇ ਸ਼੍ਰੋਡਿੰਗਰ ਇਕੁਏਸ਼ਨ ਜਾਂ ਵੇਵ ਫੰਕਸ਼ਨ ਬਾਰੇ ਇੱਕ ਐਨਾਲਜੀ ਹੈ ਜੋ ਇਸ ਕੁਆਂਟੀਟੀ ਸਾਈ ਦੁਆਰਾ ਦਰਸਾਈ ਗਈ ਹੈ। ਇਸ ਲਈ ਕਿਸੇ ਪੱਧਰ ਤੇ ਸੈਂਟਰਲ ਪ੍ਰੋਬਲਮ ਹਰ ਵਾਰ ਜਦੋਂ ਤੁਸੀਂ ਕਿਸੇ ਪ੍ਰੋਬਲਮ ਦੇ ਕੁਆਂਟਮ ਮਕੈਨਿਕਸ ਦਾ ਅਧਿਐਨ ਕਰਨਾ ਚਾਹੁੰਦੇ ਹੋ ਤਾਂ ਇਹ ਪਤਾ ਲਗਾਉਣਾ ਹੈ ਕਿ ਵੇਵ ਫੰਕਸ਼ਨ ਕੀ ਹੈ। ਤਾਂ ਜੇਕਰ ਪਾਰਟੀਕਲਸ ਵਿੱਚ ਵੇਵ ਕੈਰੇਕਟਰ ਹੈ, ਫਿਰ ਇੱਥੇ ਕੁਝ ਅਜਿਹਾ ਹੈ ਜੋ ਕੁਝ ਮਹੱਤਵਪੂਰਨ ਅਰਥਾਂ ਦਾ ਅਨੁਸਰਣ ਕਰਦਾ ਹੈ। ਉਦਾਹਰਣ ਵਜੋਂ ਇਸ ਤਸਵੀਰ ਤੇ ਵਾਪਸ ਜਾਓ ਜੋ ਅਸੀਂ ਡਰਾ ਕੀਤੀ ਸੀ ਜਦੋਂ ਮੈਂ ਕਿਹਾ ਸੀ ਕਿ ਅਸੀਂ ਇੱਕ ਵੇਵ ਨੂੰ ਇੱਕ ਪਾਰਟੀਕਲ ਨਾਲ ਜੋੜਦੇ ਹਾਂ। ਇੱਥੇ ਇੱਕ ਵਾਰ ਫਿਰ ਉਹੀ ਤਸਵੀਰ ਹੈ, ਪਰ ਹੁਣ ਤੁਸੀਂ ਇਹ ਸਵਾਲ ਪੁੱਛ ਸਕਦੇ ਹੋ, ਜੇਕਰ ਮੈਂ ਇਸ ਵੇਵ ਨੂੰ ਇਸ ਪਾਰਟੀਕਲ ਨਾਲ ਜੋੜਨ ਜਾ ਰਿਹਾ ਹਾਂ ਜੋ ਕਿ ਲਾਲ ਰੰਗ ਵਿੱਚ ਦਿਖਾਇਆ ਗਿਆ ਹੈ, ਇਹ ਮੈਨੂੰ ਕੀ ਦੱਸਦਾ ਹੈ ਕਿ ਇਹ ਪਾਰਟੀਕਲ ਕਿੱਥੇ ਹੈ। ਇਸ ਲਈ ਸਪਸ਼ਟ ਤੌਰ ਤੇ ਇਹ ਮੈਨੂੰ ਕਲਾਸੀਕਲ ਮਕੈਨਿਕਸ ਦੇ ਮਾਮਲੇ ਤੋਂ ਵੱਖ ਇੱਕ ਪੋਜੀਸ਼ਨ ਨਹੀਂ ਦੇ ਰਿਹਾ ਹੈ, ਜੋ ਤੁਹਾਨੂੰ ਦੱਸੇਗਾ ਕਿ ਇੱਥੇ ਪਾਰਟੀਕਲ ਦੀ ਪੋਜੀਸ਼ਨ ਦੀ ਵੈਲਿਊ ਹੈ, ਪਾਰਟੀਕਲ ਦੇ ਮੋਮੈਂਟਮ ਦੀ ਵੈਲਿਊ ਜਾਂ ਪਾਰਟੀਕਲ ਦੀ ਵੈਲੋਸਿਟੀ। ਇਸ ਲਈ ਇੱਥੇ ਜੋ ਮੇਰੇ ਕੋਲ ਹੈ ਉਹ ਪੋਜੀਸ਼ਨ ਵਿੱਚ ਇੱਕ ਅਨਸਰਟਨਟੀ ਹੈ, ਜਿਵੇਂ ਕਿ ਮੈਂ ਇੱਥੇ ਡਰਾ ਕੀਤਾ ਹੈ। ਇੱਕ ਵੇਵ ਫੰਕਸ਼ਨ ਦਿੱਤਾ ਗਿਆ ਹੈ ਜੋ ਇਸ ਪਾਰਟੀਕਲ ਦਾ ਵਰਣਨ ਕਰਦਾ ਹੈ, ਜੋ ਮੈਂ ਸਿਰਫ ਇੱਕ ਅਨੁਮਾਨ ਲਗਾ ਸਕਦਾ ਹਾਂ ਕਿ ਸ਼ਾਇਦ ਪਾਰਟੀਕਲ ਲਈ ਕੋਈ ਐਵਰੇਜ ਪੋਜੀਸ਼ਨ ਹੈ, ਪਰ ਇਸ ਦੇ ਆਲੇ ਦੁਆਲੇ ਵੀ ਕੁਝ ਸਪਰੈਡ ਹੈ। ਤਾਂ ਇਸ ਹੱਦ ਤੱਕ ਪਾਰਟੀਕਲ ਦੀ ਪੋਜੀਸ਼ਨ ਅਨਸਰਟੇਨ ਹੈ। ਅਤੇ ਇੱਥੇ ਇੱਕ ਉਦਾਹਰਣ ਹੈ ਕਿ
ਅਸੀਂ ਵੇਵ ਫੇਨੋਮੇਨਾ ਵਿੱਚ ਜੋ ਕੁਝ ਸਿੱਖਿਆ ਹੈ ਉਹ ਕਿੰਨਾ ਉਪਯੋਗੀ ਹੈ। ਤਾਂ, ਜੇਕਰ ਮੇਰੇ ਕੋਲ ਇਸ ਤਰ੍ਹਾਂ ਦੀ ਵੇਵਫਾਰਮ ਹੈ, ਜਿਸ ਵਿੱਚ ਕੁਝ ਇਨਹੇਰੈਂਟ ਅਨਸਰਟਨਟੀ ਹੈ, ਤਾਂ ਤੁਸੀਂ ਇਸ ਬੈਂਡਵਿਡਥ ਥਿਓਰਮ ਲਈ ਅਪੀਲ ਕਰਦੇ ਹੋ, ਜਿਸ ਦਾ ਅਸੀਂ ਅਧਿਐਨ ਕਰਦੇ ਹਾਂ। ਤਾਂ, ਇਹ ਤੁਹਾਨੂੰ ਦੱਸਦਾ ਹੈ ਕਿ ਪੋਜੀਸ਼ਨ ਵਿੱਚ ਅਤੇ ਟਾਈਮ ਡੋਮੇਨ ਵਿੱਚ ਦੋ ਵੱਖ-ਵੱਖ ਸਪੇਸ ਵਿੱਚ ਅਨਸਰਟਨਟੀਜ਼ ਸੰਬੰਧਿਤ ਹਨ। ਇਸ ਲਈ ਇਸ ਦਾ ਇੱਕ ਸਮਾਨ ਕੁਆਂਟਮ ਮਕੈਨਿਕਸ ਵਿੱਚ ਵੀ ਦਿਖਾਈ ਦਿੰਦਾ ਹੈ। ਅਤੇ ਇਸ ਨੂੰ ਹਾਈਜ਼ਨਬਰਗ ਦਾ ਅਨਸਰਟਨਟੀ ਪ੍ਰਿੰਸੀਪਲ ਕਿਹਾ ਜਾਂਦਾ ਹੈ। ਇਹ ਤੁਹਾਨੂੰ ਬਸ ਦੱਸਦਾ ਹੈ ਕਿ ਪੋਜੀਸ਼ਨ ਵਿੱਚ ਅਨਸਰਟਨਟੀ ਅਤੇ ਮੋਮੈਂਟਮ ਵਿੱਚ ਅਨਸਰਟਨਟੀ ਇਸ ਰਿਲੇਸ਼ਨ ਨਾਲ ਸੰਬੰਧਿਤ ਹੈ ਜਿੱਥੇ ਇਹ h ਪਲੈਂਕਸ ਕੌਨਸਟੈਂਟ ਡਿਵਾਈਡਡ ਬਾਏ 2 ਪਾਈ ਹੈ, ਪਰ ਉੱਥੇ ਵੀ ਇੱਕ ਬੀਸਟ ਹੈ। ਇਸ ਨੂੰ ਨੌਨ ਲੀਨੀਅਰ ਸਕ੍ਰੋਡਿੰਗਰ ਇਕੁਏਸ਼ਨ ਕਿਹਾ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਇਸ ਇਕੁਏਸ਼ਨ ਨੂੰ ਦੇਖਦੇ ਹੋ, ਤਾਂ ਇਹ ਇਸ ਟਰਮ ਨੂੰ ਛੱਡ ਕੇ ਇੱਥੇ ਸਟੈਂਡਰਡ ਲੀਨੀਅਰ ਵਰਗਾ ਸ਼੍ਰੋਡਿੰਗਰ ਇਕੁਏਸ਼ਨ ਵਰਗਾ ਜਾਪਦਾ ਹੈ। ਜੇਕਰ ਇਹ ਇੱਥੇ ਨਾ ਹੁੰਦਾ ਤਾਂ C1 ਕੋਈ ਕੌਨਸਟੈਂਟ ਹੈ। ਜੇਕਰ C1 ਇੱਥੇ 0 ਹੈ, ਇਹ ਉਹੋ ਜਿਹੀ ਸ਼੍ਰੋਡਿੰਗਰ ਇਕੁਏਸ਼ਨ ਹੋਵੇਗੀ ਜੋ ਮੈਂ ਕੁਆਂਟਮ ਮਕੈਨਿਕਸ ਵਿੱਚ ਇੱਕ ਪਾਰਟੀਕਲ ਦਾ ਵਰਣਨ ਕਰਨ ਲਈ ਪਹਿਲਾਂ ਲਿਖੀ ਸੀ। ਇਸ ਲਈ ਕੁਝ ਸਥਿਤੀਆਂ ਹੁੰਦੀਆਂ ਹਨ ਜਿੱਥੇ ਇਸ ਕਿਸਮ ਦਾ ਵਰਣਨ ਮੁੱਖ ਤੌਰ ਤੇ ਕੰਮ ਨਹੀਂ ਕਰਦਾ। ਉਦਾਹਰਨ ਲਈ, ਜਦੋਂ ਤੁਸੀਂ ਬੋਸ-ਆਈਨਸਟਾਈਨ ਕੰਡੈਂਸੇਟਸ ਦਾ ਅਧਿਐਨ ਕਰਨਾ ਚਾਹੁੰਦੇ ਹੋ, ਕੁਝ ਕੰਡੀਸ਼ਨਸ ਦੇ ਤਹਿਤ ਇਹ ਇੰਟਰੈਕਟਿੰਗ ਫਿਨੋਮੇਨਨ ਹਨ ਜਿੱਥੇ ਤੁਹਾਨੂੰ ਇੱਕ ਵੱਖਰੀ ਕਿਸਮ ਦੇ ਸ਼੍ਰੋਡਿੰਗਰ ਇਕੁਏਸ਼ਨ ਨੂੰ ਅਪੀਲ ਕਰਨ ਦੀ ਲੋੜ ਹੁੰਦੀ ਹੈ, ਅਤੇ ਇਸ ਨੂੰ ਨੌਨ ਲੀਨੀਅਰ ਸ਼੍ਰੋਡਿੰਗਰ ਇਕੁਏਸ਼ਨ ਕਿਹਾ ਜਾਂਦਾ ਹੈ। ਇਸ ਲਈ ਇੱਥੇ ਇਹ ਟਰਮ ਜਿਸ ਨੂੰ ਹੁਣ ਉਸ ਰੈਡ ਬਾਕਸ ਵਿੱਚ ਮਾਰਕ ਕੀਤਾ ਗਿਆ ਹੈ, ਨੌਨ ਲੀਨੀਅਰਿਟੀ ਨੂੰ ਪੇਸ਼ ਕਰਦਾ ਹੈ ਜੋ ਇਸ ਨੂੰ ਅਤੇ ਨੌਨ ਲੀਨੀਅਰ ਇਕੁਏਸ਼ਨ ਬਣਾਉਂਦੀ ਹੈ। ਦੁਬਾਰਾ ਇਸ ਨੂੰ ਹੱਲ ਕਰਨਾ ਸਟੈਂਡਰਡ ਲੀਨੀਅਰ ਸ਼੍ਰੋਡਿੰਗਰ ਇਕੁਏਸ਼ਨ ਨੂੰ ਹੱਲ ਕਰਨ ਨਾਲੋਂ ਬਹੁਤ ਜ਼ਿਆਦਾ ਔਖਾ ਹੈ, ਪਰ ਚੰਗੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਅਧਿਐਨ ਕੀਤਾ ਜਾਂਦਾ ਹੈ ਨੌਨ ਲੀਨੀਅਰ ਵੇਵ ਇਕੁਏਸ਼ਨ ਦੇ ਮਾਮਲੇ ਵਿੱਚ, ਉਹਨਾਂ ਨੂੰ ਇੱਥੇ ਵੀ ਵਰਤਿਆ ਜਾ ਸਕਦਾ ਹੈ। ਦੁਬਾਰਾ ਇੱਥੇ ਇੱਕ ਹਿੱਸਾ ਹੈ ਜੋ ਅਸੀਂ ਅਧਿਐਨ ਨਹੀਂ ਕੀਤਾ ਹੈ, ਜਿਸ ਬਾਰੇ ਅਸੀਂ ਕੇਵਲ ਸੋਲੀਟੋਨਸ ਅਤੇ ਨੌਨ ਲੀਨੀਅਰ ਵੇਵ ਇਕੁਏਸ਼ਨ ਦੀਆਂ ਕੁਝ ਸ਼੍ਰੇਣੀਆਂ ਲਈ ਸਮਾਨ ਸੋਲਿਊਸ਼ਨ ਦੇਖ ਕੇ ਜਾਣਿਆ ਹੈ। ਪਰ ਦੁਬਾਰਾ ਇਹ ਅਸਲ ਵਿੱਚ ਇੱਕ ਬਹੁਤ ਵੱਡਾ ਫੀਲਡ ਹੈ। ਇਸ ਲਈ, ਇਸ ਨੌਨ ਲੀਨੀਅਰ ਸ਼੍ਰੋਡਿੰਗਰ ਇਕੁਏਸ਼ਨ ਅਤੇ ਨੌਨ ਲੀਨੀਅਰ ਵੇਵ ਇਕੁਏਸ਼ਨ ਦੀਆਂ ਕੁਝ ਖਾਸ ਸ਼੍ਰੇਣੀਆਂ ਵਿੱਚ ਕੁਝ ਪੱਧਰਾਂ ਤੇ ਸਮਾਨਤਾਵਾਂ ਹਨ। ਇਸ ਲਈ, ਅਸਲ ਵਿੱਚ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ, ਜਾਂ ਇੱਥੋਂ ਤੱਕ ਕਿ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ, ਕਿ ਇੱਕ ਨੌਨ ਕਲਾਸੀਕਲ ਸੈਟਿੰਗ ਵਿੱਚ ਵੇਵ ਫਿਨੋਮੇਨਾ ਨੂੰ ਸਮਝਣਾ ਉਪਯੋਗੀ ਕਿਉਂ ਹੈ, ਜਿਵੇਂ ਕਿ ਕੁਆਂਟਮ ਡੋਮੇਨ ਵਿੱਚ ਬਿਹੇਵੀਅਰ ਨੂੰ ਸਮਝਣ ਦੀ ਤਰ੍ਹਾਂ ਕਿਸੇ ਚੀਜ਼ ਵਿੱਚ ਵੀ, ਕਿਉਂਕਿ ਹਰ ਪਾਰਟੀਕਲ ਨੂੰ ਇੱਕ ਵੇਵ ਡਿਸਕ੍ਰਿਪਸ਼ਨ ਮੰਨਿਆ ਜਾਂਦਾ ਹੈ, ਜਿਸ ਦਾ ਮਤਲਬ ਹੈ ਕਿ ਹਰ ਉਹ ਚੀਜ਼ ਜਿਸਦਾ ਮੈਂ ਵੇਵਜ਼ ਅਤੇ ਓਸੀਲੇਸ਼ਨਸ ਵਿੱਚ ਅਧਿਐਨ ਕੀਤਾ ਹੈ, ਉਮੀਦ ਹੈ ਕਿ ਨਵੀਂ ਸੈਟਿੰਗ ਵਿੱਚ ਵੀ ਉਪਯੋਗੀ ਹੋਣੀ ਚਾਹੀਦੀ ਹੈ। ਇਸ ਲਈ, ਇਹ ਬਾਟਮ ਲਾਈਨ ਹੈ ਜੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਇਹ ਭਾਗ ਨੌਨ ਲੀਨੀਅਰ ਸ਼੍ਰੋਡਿੰਗਰ ਇਕੁਏਸ਼ਨ ਬਾਰੇ ਸੰਖੇਪ ਵਿੱਚ ਦੱਸਣ ਲਈ ਇਹ ਬਹੁਤ ਉਪਯੋਗੀ ਹੈ, ਅਤੇ ਇਹ ਅਸਲ ਵਿੱਚ ਬਹੁਤ ਸਾਰੇ ਹੋ ਰਹੇ ਰਿਸਰਚ ਦੇ ਕੰਮ ਦੇ ਨਾਲ ਇੱਕ ਬਹੁਤ ਵੱਡਾ ਵਿਸ਼ਾ ਹੈ। ਨੌਨ ਲੀਨੀਅਰ ਵੇਵਜ਼ ਦਾ ਵਿਚਾਰ ਹੈ ਜਿਸ ਦਾ ਨੌਨ ਲੀਨੀਅਰ ਸ਼੍ਰੋਡਿੰਗਰ ਇਕੁਏਸ਼ਨ ਇੱਕ ਅਜਿਹਾ ਹਿੱਸਾ ਹੈ ਜਿਸ ਦਾ ਬਹੁਤ ਸਾਰੀਆਂ ਚੀਜ਼ਾਂ ਨਾਲ ਸੰਬੰਧ ਹੈ। ਉਦਾਹਰਨ ਲਈ, ਵੇਵ ਪ੍ਰੋਪੇਗੇਸ਼ਨ ਅਤੇ ਫਾਈਬਰ ਆਪਟਿਕਸ ਵਿੱਚ, ਅਤੇ ਡੀਪ ਵਾਟਰ ਉੱਤੇ ਸਰਫੇਸ ਵੇਵਜ਼ ਨਾਲ ਸੰਬੰਧਿਤ। ਇਸ ਲਈ ਵਿਚਾਰ ਇਹ ਹੈ ਕਿ ਜੋ ਲੈਸਨ ਅਸੀਂ ਓਸੀਲੇਸ਼ਨਸ ਅਤੇ ਵੇਵਜ਼ ਤੋਂ ਸਿੱਖੇ ਹਨ ਉਹ ਫਿਜ਼ਿਕਸ ਦੇ ਬਹੁਤ ਸਾਰੇ ਖੇਤਰਾਂ ਵਿੱਚ, ਨਾ ਸਿਰਫ ਕੁਆਂਟਮ ਮਕੈਨਿਕਸ ਵਿੱਚ, ਸਗੋਂ ਅਸਲ ਵਿੱਚ ਫਿਜ਼ਿਕਸ ਦੇ ਬਹੁਤ ਸਾਰੇ ਖੇਤਰਾਂ ਵਿੱਚ ਵਿਆਪਕ ਕਾਰਜ ਹਨ। ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਬਹੁਤ ਸਾਰੇ ਅਸਲ ਫਿਜ਼ੀਕਲ ਫਿਨੋਮੇਨਨ ਨੂੰ ਸਮਝਣ ਲਈ ਉਪਯੋਗੀ ਹਨ। ਇਸ ਲਈ ਸ਼ੁਰੂ ਵਿੱਚ ਅਸੀਂ ਆਬਜੈਕਟ ਦੇ ਸਿੰਪਲ ਓਸੀਲੇਸ਼ਨ ਦਾ ਅਧਿਐਨ ਕਰਨਾ ਸ਼ੁਰੂ ਕੀਤਾ, ਜਿਵੇਂ ਉਦਾਹਰਨ ਲਈ ਇੱਕ ਪੈਂਡੂਲਮ ਦਾ ਸਿੰਪਲ ਓਸੀਲੇਸ਼ਨ। ਮੇਰੇ ਕੋਲ ਇਹ ਤਸਵੀਰ ਇੱਥੇ ਖੱਬੇ ਪਾਸੇ ਹੈ, ਜਾਂ ਇੱਕ ਬਲਾਕ ਦਾ ਇਹ ਸਿੰਪਲ ਓਸੀਲੇਸ਼ਨ, ਜੋ ਇੱਕ ਸਪਰਿੰਗ ਨਾਲ ਜੁੜਿਆ ਹੋਇਆ ਹੈ, ਤਾਂ ਤੁਸੀਂ ਇਸ ਨੂੰ ਖਿੱਚੋ ਅਤੇ ਛੱਡੋ, ਇਹ ਓਸੀਲੇਟ ਕਰਨਾ ਸ਼ੁਰੂ ਕਰ ਦੇਵੇਗਾ। ਤਾਂ ਇੱਕ ਹੋਰ ਉਦਾਹਰਨ ਹੈ ਕਿ ਮੇਰੇ ਕੋਲ ਇੱਕ ਟਿਊਬ ਹੈ ਜਿਸ ਦਾ ਆਕਾਰ U ਅਤੇ ਇਸ ਵਿੱਚ ਕੁਝ ਲਿਕਵਿਡ ਹੈ, ਅਤੇ ਜੇਕਰ ਮੈਂ ਲਿਕਵਿਡ ਨੂੰ ਇੱਕ ਵਿੱਚ ਦਬਾ ਦਿੰਦਾ ਹਾਂ ਅਤੇ ਇਹ ਓਸੀਲੇਟ ਕਰਨਾ ਸ਼ੁਰੂ ਕਰ ਦੇਵੇਗਾ, ਤਾਂ ਇਹ ਸਭ ਇਕੱਠੇ ਫਿਜ਼ਿਕਸ ਦੀਆਂ ਧਾਰਨਾਵਾਂ ਦੇ ਇੱਕ ਮਹੱਤਵਪੂਰਨ ਹਿੱਸੇ ਦੀ ਵਰਤੋਂ ਕਰਕੇ ਦਰਸਾਇਆ ਜਾ ਸਕਦਾ ਹੈ ਕਿ
ਰੀਸਟੋਰਿੰਗ ਫੋਰਸ ਡਿਸਪਲੇਸਮੈਂਟ ਦੇ ਨੈਗੇਟਿਵ ਦੇ ਪ੍ਰੋਪੋਰਸ਼ਨਲ ਹੈ। ਇਹ ਨੈਗੇਟਿਵ ਸਾਈਨ ਹੈ ਜੋ ਓਸੀਲੇਸ਼ਨਸ ਨੂੰ ਰਾਈਜ਼ ਕਰਦਾ ਹੈ। ਇਸ ਲਈ ਇਹ ਇੱਕ ਗੱਲ ਹੈ ਜੋ ਤੁਹਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਵੱਖ-ਵੱਖ ਸਿਸਟਮ ਹੋ ਸਕਦੇ ਹਨ। ਕਈ ਵੱਖੋ ਵੱਖਰੇ ਓਸੀਲੇਟਰੀ ਫਿਨੋਮੇਨਨ ਹੋ ਸਕਦੇ ਹਨ, ਪਰ ਜ਼ਰੂਰੀ ਵਿਚਾਰ ਇਹ ਹੈ ਕਿ ਰੀਸਟੋਰਿੰਗ ਫੋਰਸ ਨੈਗੇਟਿਵ ਸਾਈਨ ਦੇ ਨਾਲ ਡਿਸਪਲੇਸਮੈਂਟ ਦੇ ਪ੍ਰੋਪੋਰਸ਼ਨਲ ਹੈ। ਅਤੇ ਜੇਕਰ ਤੁਸੀਂ ਮੈਥ ਤੇ ਕੰਮ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਸੋਲਿਊਸ਼ਨ ਬੇਸਿਕਲੀ ਸਾਈਨ ਅਤੇ ਕੋਸਾਈਨ ਫੰਕਸ਼ਨ ਹਨ, ਜਿਵੇਂ ਕਿ ਇੱਥੇ ਦਿਖਾਇਆ ਗਿਆ ਹੈ। ਤਾਂ ਤੁਸੀਂ ਕਹਿ ਸਕਦੇ ਹੋ ਕਿ ਟਾਈਮ ਦੇ ਫੰਕਸ਼ਨ ਵਜੋਂ ਮੇਰਾ ਡਿਸਪਲੇਸਮੈਂਟ ਇੱਕ ਸਾਈਨ ਫੰਕਸ਼ਨ ਹੈ। ਅਤੇ ਫਿਰ ਤੁਸੀਂ ਅੱਗੇ ਜਾ ਸਕਦੇ ਹੋ ਅਤੇ ਪੁੱਛ ਸਕਦੇ ਹੋ ਕਿ ਦੋ ਇੰਡੀਪੈਂਡੈਂਟ ਓਸੀਲੇਟਰ ਕਿਵੇਂ ਕੰਮ ਕਰਦੇ ਹਨ ਜੋ ਇੱਕ ਦੂਜੇ ਨਾਲ ਇੰਟਰੈਕਟ ਨਹੀਂ ਕਰਦੇ। ਇਸ ਲਈ ਜੋ ਅਸੀਂ ਕੀਤਾ ਹੈ, ਇਸ ਲਈ ਤੁਸੀਂ ਦੋ ਓਸੀਲੇਟਰਸ ਨੂੰ ਜਾਂ ਤਾਂ ਇੱਕ ਦੂਜੇ ਦੇ ਸਮਾਨਾਂਤਰ ਜਾਂ ਇੱਕ ਦੂਜੇ ਦੇ ਪਰਪੈਂਡੀਕਿਊਲਰ ਰੱਖ ਸਕਦੇ ਹੋ ਅਤੇ ਇਹਨਾਂ ਕੇਸਾਂ ਦੇ ਨਤੀਜੇ ਲਿਖਣ ਲਈ ਅਸਲ ਵਿੱਚ ਬਹੁਤ ਜ਼ਿਆਦਾ ਕੰਮ ਨਹੀਂ ਕਰਨਾ ਪੈਂਦਾ। ਫਿਰ ਅਗਲੀ ਮਹੱਤਵਪੂਰਨ ਗੱਲ ਜਿਸਦਾ ਅਸੀਂ ਅਧਿਐਨ ਕੀਤਾ ਉਹ ਡੈਂਪਿੰਗ ਦੇ ਨਾਲ ਓਸੀਲੇਸ਼ਨਸ ਦਾ ਕੇਸ ਸੀ। ਅਸੀਂ ਵਿਸਕਸ ਡੈਂਪਿੰਗ ਦਾ ਖਾਸ ਕੇਸ ਲਿਆ ਹੈ ਜਿੱਥੇ ਤੁਸੀਂ ਡੈਂਪਿੰਗ ਫੋਰਸ ਨੂੰ ਵੈਲੋਸਿਟੀ ਦੇ ਪ੍ਰੋਪੋਰਸ਼ਨਲ ਵਜੋਂ ਲਿਖ ਸਕਦੇ ਹੋ। ਮੰਨ ਲਓ ਕਿ ਤੁਹਾਡੇ ਕੋਲ ਬਲਾਕ ਦੇ ਨਾਲ ਸਪਰਿੰਗ ਦਾ ਇਹ ਸਿਸਟਮ ਹੈ ਅਤੇ ਤੁਸੀਂ ਇਸ ਬਲਾਕ ਨੂੰ ਅੰਦਰ ਪਾਣੀ ਵਿੱਚ ਡਿਪ ਕਰਦੇ ਹੋ ਅਤੇ ਫਿਰ ਇਸ ਨੂੰ ਓਸੀਲੇਟ ਹੋਣ ਦਿਓ। ਇਸ ਲਈ ਇਸ ਸਿਸਟਮ ਨੂੰ ਗਤੀ ਦੀ ਇਕੁਏਸ਼ਨ ਦੀ ਵਰਤੋਂ ਕਰਕੇ ਦਰਸਾਇਆ ਜਾ ਸਕਦਾ ਹੈ, ਜਿਸ ਵਿੱਚ ਇਹ ਡੈਂਪਿੰਗ ਟਰਮ ਸ਼ਾਮਿਲ ਹੋਵੇਗੀ ਜਿੱਥੇ ਡੈਂਪਿੰਗ ਟਰਮ ਵੈਲੋਸਿਟੀ ਦੇ ਪ੍ਰੋਪੋਰਸ਼ਨਲ ਹੈ। ਇਸ ਲਈ ਫਿਨੋਮੇਨਨ ਦੇ ਸੰਦਰਭ ਵਿੱਚ ਤੁਸੀਂ ਜੋ ਦੇਖੋਗੇ ਉਹ ਹੈ ਕਿ ਓਸੀਲੇਸ਼ਨ ਅਜੇ ਵੀ ਰਹੇਗਾ ਪਰ ਓਸੀਲੇਸ਼ਨ ਦਾ ਐਂਪਲੀਟਿਊਡ ਘਟਦਾ ਰਹਿੰਦਾ ਹੈ। ਜਿਵੇਂ ਕਿ ਅਸੀਂ ਇੱਥੇ ਟਾਈਮ ਦੇ ਇੱਕ ਫੰਕਸ਼ਨ ਵਜੋਂ ਵੇਖਦੇ ਹਾਂ ਤਾਂ ਆਖਰਕਾਰ ਇਹ ਰੁਕ ਜਾਵੇਗਾ। ਇਸ ਲਈ ਅਸੀਂ ਇਕੁਏਸ਼ਨ ਦੀ ਵਰਤੋਂ ਕਰਦੇ ਹੋਏ ਇਹਨਾਂ ਸਭ ਨੂੰ ਕੁਆਂਟੀਟੇਟਿਵ ਤਰੀਕੇ ਨਾਲ ਦਰਸਾਇਆ ਹੈ। ਇਸ ਤੋਂ ਅੱਗੇ ਅਸੀਂ ਇਹ ਦੇਖਣ ਲਈ ਗਏ ਕਿ ਕੀ ਹੁੰਦਾ ਹੈ ਜੇਕਰ ਮੈਂ ਓਸੀਲੇਟਰ ਨੂੰ ਫੋਰਸ ਕਰਦਾ ਹਾਂ ਤਾਂ ਮੈਂ ਇਸ ਨੂੰ ਐਕਸਟਰਨਲ ਫੋਰਸਿੰਗ ਦਿੰਦਾ ਹਾਂ, ਕਿਉਂਕਿ ਜੇਕਰ ਡੈਂਪਿੰਗ ਹੈ ਤਾਂ ਇਹ ਕੁਝ ਸਮੇਂ ਬਾਅਦ ਬੰਦ ਹੋ ਜਾਂਦੀ ਹੈ। ਪਰ ਇਸ ਨੂੰ ਚੱਲਦਾ ਰੱਖਣ ਲਈ ਕਹੋ ਕਿ ਮੈਂ ਇਸ ਤਰ੍ਹਾਂ ਦੇ ਕੁਝ ਪਾਵਰ ਸੋਰਸ ਨਾਲ ਜੋੜਦਾ ਹਾਂ ਅਤੇ ਮੇਰੇ ਕੋਲ ਡੈਂਪਿੰਗ ਵੀ ਹੈ ਜੋ ਊਰਜਾ ਨੂੰ ਦੂਰ ਲੈ ਜਾਂਦੀ ਹੈ। ਅਤੇ ਇੱਕ ਪਾਵਰ ਸੋਰਸ ਹੋ ਸਕਦਾ ਹੈ ਜੋ ਨੁਕਸਾਨ ਦੀ ਭਰਪਾਈ ਕਰਨ ਲਈ ਊਰਜਾ ਦਿੰਦਾ ਹੈ। ਇਸ ਲਈ ਉਸ ਸਥਿਤੀ ਵਿੱਚ ਅਸੀਂ ਦੇਖਿਆ ਕਿ ਇੱਕ ਇਨੀਸ਼ੀਅਲ ਟ੍ਰਾਂਜ਼ੀਐਂਟ ਟਾਈਮ ਹੁੰਦਾ ਹੈ, ਪਰ ਟ੍ਰਾਂਜ਼ੀਐਂਟ ਦੇ ਖਤਮ ਹੋਣ ਤੋਂ ਬਾਅਦ ਤੁਸੀਂ ਜੋ ਦੇਖਦੇ ਹੋ ਉਹ ਹੈ ਜੇਕਰ ਤੁਹਾਡੀ ਐਕਸਟਰਨਲ ਫੋਰਸਿੰਗ ਵਿੱਚ ਓਸੀਲੇਸ਼ਨ ਦੀ ਫ੍ਰੀਕੁਐਂਸੀ ਓਮੇਗਾ ਦੇ ਬਰਾਬਰ ਹੈ ਤਾਂ ਤੁਹਾਡੇ ਕੋਲ ਜੋ ਪਾਰਟੀਕਲ ਹੈ ਉਹ ਵੀ ਫ੍ਰੀਕੁਐਂਸੀ ਓਮੇਗਾ ਨਾਲ ਓਸੀਲੇਟ ਕਰਦਾ ਹੈ। ਇਸ ਲਈ ਦੂਜੇ ਸ਼ਬਦਾਂ ਵਿੱਚ ਤੁਸੀਂ ਸਿਸਟਮ ਵਿੱਚ ਇੱਕ ਐਕਸਟਰਨਲ ਫ੍ਰੀਕੁਐਂਸੀ ਓਮੇਗਾ ਲਾਗੂ ਕਰਦੇ ਹੋ ਤਾਂ ਸਿਸਟਮ ਵੀ ਉਸੇ ਫ੍ਰੀਕੁਐਂਸੀ ਤੇ ਓਸੀਲੇਟਿੰਗ ਕਰਕੇ ਜਵਾਬ ਦਿੰਦਾ ਹੈ। ਅਤੇ ਇੱਥੇ ਅਸੀਂ ਜੋ ਦੇਖਿਆ ਉਹ ਇਹ ਹੈ ਕਿ ਅਧਿਕਤਮ ਐਂਪਲੀਟਿਊਡ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਸਿਸਟਮ ਦੀ ਨੈਚੁਰਲ ਫ੍ਰੀਕੁਐਂਸੀ ਉਸ ਫ੍ਰੀਕੁਐਂਸੀ ਨਾਲ ਮੇਲ ਖਾਂਦੀ ਹੈ ਜਿਸ ਤੇ ਤੁਸੀਂ ਸਿਸਟਮ ਨੂੰ ਚਲਾਉਂਦੇ ਹੋ। ਇਸ ਲਈ ਇਸ ਨੂੰ ਰੈਜ਼ੋਨੈਂਸ ਫੈਨੋਮੇਨਾ ਕਿਹਾ ਜਾਂਦਾ ਹੈ। ਅਗਲਾ ਅਸੀਂ ਇਹ ਸਵਾਲ ਪੁੱਛਦੇ ਹਾਂ ਕਿ ਜੇਕਰ ਮੈਂ ਪਾਰਟੀਕਲ ਨੂੰ ਜੋੜਦਾ ਹਾਂ ਹੁਣ ਉਹ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਹਨ, ਠੀਕ ਹੈ। ਤੁਸੀਂ ਹੁਣ ਇਹ ਨਹੀਂ ਮੰਨ ਸਕਦੇ ਕਿ ਜੇਕਰ ਮੇਰੇ ਕੋਲ ਦੋ ਪਾਰਟੀਕਲ ਹਨ ਜਿਵੇਂ ਕਿ ਮੈਂ ਇੱਥੇ ਇਸ ਸਲਾਈਡ ਵਿੱਚ ਦਿਖਾਇਆ ਹੈ ਕਿ ਦੋ ਪਾਰਟੀਕਲ ਇੱਕ ਸਟਰਿੰਗ ਦੁਆਰਾ ਜੋੜੇ ਗਏ ਹਨ। ਹੋ ਸਕਦਾ ਹੈ ਕਿ ਜੇਕਰ ਮੈਂ ਇੱਕ ਪਾਰਟੀਕਲ ਨੂੰ ਹਿਲਾਉਂਦਾ ਹਾਂ ਤਾਂ ਦੂਜਾ ਪਾਰਟੀਕਲ ਵੀ ਮੂਵ ਕਰਨਾ ਸ਼ੁਰੂ ਕਰ ਦੇਵੇਗਾ। ਇਸ ਲਈ ਉਹ ਜੋੜੇ ਹੋਏ ਹਨ ਅਤੇ ਜੇਕਰ ਉਹ ਜੋੜੇ ਹੋਏ ਹਨ ਕਿ ਇਹ ਕੀ ਹੈ ਜੋ ਮੈਂ ਪ੍ਰਾਪਤ ਕਰਨ ਜਾ ਰਿਹਾ ਹਾਂ। ਇਸ ਲਈ ਹੁਣ ਪ੍ਰਸ਼ਨ ਦਾ ਰੂਪ ਵੀ ਬਦਲ ਜਾਂਦਾ ਹੈ। ਇਸ ਲਈ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਦੋਵਾਂ ਦੇ ਓਸੀਲੇਸ਼ਨ ਦਾ ਪੈਟਰਨ ਕੀ ਹੈ। ਇਹ ਪੁੱਛਣ ਦੀ ਬਜਾਏ ਕਿ ਇੱਕ ਪਾਰਟੀਕਲ ਕੀ ਕਰ ਰਿਹਾ ਹੈ, ਮੈਂ ਜਾਣਨਾ ਚਾਹੁੰਦਾ ਹਾਂ ਕਿ ਉਹ ਸਮੂਹਿਕ ਤੌਰ ਤੇ ਕੀ ਕਰ ਰਹੇ ਹਨ, ਕਿਉਂਕਿ ਇਹ ਹੁਣ ਇੱਕ ਕਲੈਕਟਿਵ ਫੈਨੋਮੇਨਾ ਹੈ। ਫਿਰ ਅਸੀਂ ਦੇਖਿਆ ਕਿ ਇੱਥੇ ਨੋਰਮਲ ਮੋਡ ਸਨ। ਇਸ ਲਈ ਜੇਕਰ ਤੁਹਾਡੇ ਕੋਲ ਦੋ ਪਾਰਟੀਕਲ ਹਨ ਤਾਂ ਤੁਹਾਡੇ ਕੋਲ ਦੋ ਨੋਰਮਲ ਮੋਡ ਹਨ। ਜੇਕਰ ਤੁਹਾਡੇ ਕੋਲ ਤਿੰਨ ਪਾਰਟੀਕਲ ਹਨ ਤਾਂ ਤੁਹਾਡੇ ਕੋਲ ਤਿੰਨ ਨੋਰਮਲ ਮੋਡ ਹਨ। ਅਤੇ ਹਰ ਇੱਕ ਨੋਰਮਲ ਮੋਡ ਦੀ ਖੁਦ ਦੀ ਨੋਰਮਲ ਮੋਡ ਫ੍ਰੀਕੁਐਂਸੀ ਹੈ। ਇਸ ਲਈ ਇਹ ਇੱਕ ਕਪਲਡ ਸਿਸਟਮ ਦੀ ਇੱਕ ਉਦਾਹਰਣ ਹੈ। ਪਰ ਅਸੀਂ ਅਸਲ ਵਿੱਚ ਇਹ ਕੀ ਪਸੰਦ ਕਰਦੇ ਹਾਂ, ਇੱਕ ਕੰਟੀਨਿਊਮ ਵਿੱਚ ਜਾਣ ਦੇ ਯੋਗ ਹੋਵੋ ਤਾਂ ਹੁਣ ਮੈਂ ਇੱਕ ਸਟਰਿੰਗ ਬਾਰੇ ਸੋਚ ਸਕਦਾ ਹਾਂ ਜਿਵੇਂ ਕਿ ਬੀਡਸ ਦੁਆਰਾ ਜੁੜਿਆ ਹੋਇਆ ਹੈ, ਪਰ ਹਰ ਇੱਕ ਇੰਨਾ ਨੇੜੇ ਹੈ ਕਿ ਮੈਂ ਇਸ ਨੂੰ ਕੰਟੀਨਿਊਮ ਦੇ ਰੂਪ ਵਿੱਚ ਸੋਚ ਸਕਦਾ ਹਾਂ। ਇਸ ਲਈ ਇੱਕ ਟਿਪੀਕਲ ਪ੍ਰੋਬਲਮ ਜੋ ਅਸੀਂ ਕੀਤੀ ਸੀ ਉਹ ਸੀ ਮੰਨ ਲਓ
ਕਿ ਮੇਰੇ ਕੋਲ ਦੋ ਰਿਜਿਡ ਵਾਲਜ਼ ਅਤੇ ਇੱਕ ਸਟ੍ਰਿੰਗ ਹੈ ਜੋ ਇਹਨਾਂ ਦੋ ਰਿਜਿਡ ਵਾਲਜ਼ ਦੇ ਵਿਚਕਾਰ ਰੱਖਿਆ ਹੈ। ਓਸੀਲੇਸ਼ਨ ਦੇ ਪੈਟਰਨ ਕੀ ਹਨ ਜੋ ਇਸ ਦੇ ਲਈ ਉਪਯੁਕਤ ਹੋਣਗੇ? ਤਾਂ ਇਹ ਇਸ ਸਿਸਟਮ ਦੇ ਨੋਰਮਲ ਮੋਡਸ ਪਤਾ ਕਰਨ ਦਾ ਸਵਾਲ ਹੈ। ਇਸ ਲਈ ਇੱਥੇ ਦੁਬਾਰਾ ਤੁਸੀਂ ਨੋਰਮਲ ਮੋਡਸ ਪਤਾ ਕਰ ਸਕਦੇ ਹੋ। ਇਸ ਲਈ ਅਜਿਹੇ ਸਿਸਟਮ ਵਿੱਚ ਨੋਰਮਲ ਮੋਡ ਫ੍ਰੀਕੁਐਂਸੀ ਦੀ ਇੱਕ ਅਪਰ ਲਿਮਿਟ ਹੁੰਦੀ ਹੈ। ਇਸ ਲਈ ਅਸੀਂ ਦੇਖਿਆ ਕਿ ਜੇਕਰ ਨਿਊ 0 ਇਸ ਟੂ ਨਿਊ 0 ਨਾਲ ਸੰਬੰਧਿਤ ਫੰਡਾਮੈਂਟਲ ਫ੍ਰੀਕੁਐਂਸੀ ਹੈ, ਤਾਂ ਇਸ ਸਿਸਟਮ ਵਿੱਚ ਲਾਰਜੈਸਟ ਪੋਸੀਬਲ ਫ੍ਰੀਕੁਐਂਸੀ ਹੋਵੇਗੀ। ਅਤੇ ਅਸੀਂ ਇਹ ਵੀ ਦੇਖਿਆ ਕਿ ਤੁਸੀਂ ਇਸ ਨੂੰ ਦੋ ਵੇਵਜ਼ ਦੇ ਰੂਪ ਵਿੱਚ ਵੀ ਸੋਚ ਸਕਦੇ ਹੋ ਜੋ ਓਪੋਜ਼ਿਟ ਡਾਇਰੈਕਸ਼ਨ ਵਿੱਚ ਫੈਲਦੀਆਂ ਹਨ ਅਤੇ ਉਹ ਦਖਲ ਦਿੰਦੀਆਂ ਹਨ ਅਤੇ ਇੱਕ ਸਟੈਂਡਿੰਗ ਵੇਵ ਪੈਟਰਨ ਪੈਦਾ ਕਰਦੀਆਂ ਹਨ। ਇਸ ਲਈ ਸਿਧਾਂਤਕ ਤੌਰ ਤੇ ਇਹ ਸਿਰਫ ਪੋਸੀਬਲ ਯੂਨੀਕ ਟੈਂਪਲੇਟ ਜਾਂ ਪੈਟਰਨ ਹਨ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ। ਇਸ ਲਈ ਕੋਈ ਵੀ ਆਰਬਿਟਰੇਰੀ ਪੈਟਰਨ ਜੋ ਤੁਸੀਂ ਅਜਿਹੇ ਸਿਸਟਮ ਵਿੱਚ ਦੇਖੋਗੇ ਇਸ ਦੇ ਲੀਨੀਅਰ ਕੰਬੀਨੇਸ਼ਨ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਅਸੀਂ ਇਸ ਅਰਥ ਵਿੱਚ ਕੁਝ ਹੋਰ ਚਾਹੁੰਦੇ ਸੀ। ਪਿਛਲੇ ਕੇਸ ਵਿੱਚ ਅਸੀਂ ਇਸ ਬਾਉਂਡਰੀ ਕੰਡੀਸ਼ਨ ਵਿੱਚ ਰੱਖਿਆ ਸੀ ਕਿ ਇੱਥੇ ਇੱਕ ਵਾਲ ਹੈ ਅਤੇ ਵਾਲ ਉੱਤੇ ਸਟ੍ਰਿੰਗ ਬੰਨੀ ਹੋਈ ਹੈ। ਪਰ ਮੰਨ ਲਓ ਕਿ ਮੈਂ ਬਾਉਂਡਰੀ ਕੰਡੀਸ਼ਨ ਤੋਂ ਮੁਕਤ ਹੋਣਾ ਚਾਹੁੰਦਾ ਹਾਂ। ਮੈਨੂੰ ਬਾਅਦ ਵਿੱਚ ਬਾਉਂਡਰੀ ਕੰਡੀਸ਼ਨ ਬਾਰੇ ਚਿੰਤਾ ਕਰਨ ਦਿਓ। ਪਰ ਹੁਣ ਮੈਨੂੰ ਇਸ ਗੱਲ ਦੀ ਚਿੰਤਾ ਕੀਤੇ ਬਿਨਾਂ ਕਿ ਬਾਉਂਡਰੀ ਕੰਡੀਸ਼ਨ ਕੀ ਹੈ, ਇੱਕ ਸਟ੍ਰਿੰਗ ਦੇ ਓਸੀਲੇਸ਼ਨ ਦਾ ਵਰਣਨ ਕਰਨ ਦਿਓ, ਜਿਸ ਨੂੰ ਮੈਂ ਬਾਅਦ ਵਿੱਚ ਲਾਗੂ ਕਰਾਂਗਾ, ਜੋ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਬਾਉਂਡਰੀ ਕੰਡੀਸ਼ਨ ਕੀ ਹੈ। ਮੇਰੇ ਕੋਲ ਇੱਕ ਸਿਰੇ ਤੇ ਇੱਕ ਫਰੀ ਐਂਡ ਹੈ। ਮੈਨੂੰ ਹਮੇਸ਼ਾ ਦੋ ਵਾਲਜ਼ ਦੇ ਵਿਚਕਾਰ ਬੰਨੀ ਹੋਈ ਸਟ੍ਰਿੰਗ ਨੂੰ ਕਿਉਂ ਸਮਝਣਾ ਚਾਹੀਦਾ ਹੈ? ਤਾਂ ਇਸ ਸਥਿਤੀ ਵਿੱਚ ਅਸੀਂ ਅਸਲ ਵਿੱਚ ਅੱਗੇ ਵਧੇ ਅਤੇ ਵੇਵ ਇਕੁਏਸ਼ਨ ਪ੍ਰਾਪਤ ਕਰਨ ਲਈ ਲਾਗੂ ਕੀਤਾ, ਅਤੇ ਅਸੀਂ ਦੇਖਿਆ ਕਿ ਤੁਸੀਂ ਵੇਵ ਇਕੁਏਸ਼ਨ ਨੂੰ ਹੱਲ ਕਰ ਸਕਦੇ ਹੋ ਅਤੇ ਸੋਲਿਊਸ਼ਨ ਇਸ ਕਿਸਮ ਦੀਆਂ ਪਲੇਨ ਵੇਵ ਹਨ। ਇਸ ਲਈ ਅਸੀਂ ਇਸ ਨੂੰ ਇੱਕ ਪ੍ਰੋਗਰੈਸਿਵ ਵੇਵ ਕਹਿੰਦੇ ਹਾਂ, ਕੁਝ ਫ੍ਰੀਕੁਐਂਸੀ ਦੇ ਨਾਲ ਜਾਂ ਐਂਗੂਲਰ ਫ੍ਰੀਕੁਐਂਸੀ ਓਮੇਗਾ ਦੇ ਨਾਲ। ਇਸ ਲਈ ਆਮ ਤੌਰ ਤੇ ਅਸੀਂ ਦੇਖਿਆ ਹੈ ਕਿ ਕੋਈ ਵੀ ਫੰਕਸ਼ਨ ਜਿਸਦਾ ਇਹ ਰੂਪ ਹੈ x-ct ਦਾ ਕੋਈ ਵੀ ਫੰਕਸ਼ਨ ਵੇਵ ਇਕੁਏਸ਼ਨ ਦਾ ਸੋਲਿਊਸ਼ਨ ਹੋਵੇਗਾ। ਇਸ ਲਈ ਇੱਕ ਵਾਰ ਤੁਹਾਡੇ ਕੋਲ ਵੇਵ ਇਕੁਏਸ਼ਨ ਹੋਣ ਤੋਂ ਬਾਅਦ ਤੁਸੀਂ ਸੋਲਿਊਸ਼ਨ ਲਿਖ ਸਕਦੇ ਹੋ। ਤਾਂ ਇੱਕ ਵੇਵ ਜੋ ਤੁਸੀਂ ਹਰ ਵਾਰ ਦੇਖਦੇ ਹੋ ਤੁਸੀਂ ਤੁਰੰਤ ਸੋਲਿਊਸ਼ਨ ਲਿਖ ਸਕਦੇ ਹੋ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਇੱਕ ਫਿਜ਼ੀਕਲ ਸਿਸਟਮ ਦੁਆਰਾ ਤਿਆਰ ਕੀਤਾ ਗਿਆ ਸੀ ਜੋ ਇੱਕ ਵੇਵ ਇਕੁਏਸ਼ਨ ਦੀ ਪਾਲਣਾ ਕਰਦਾ ਸੀ। ਇਸ ਲਈ ਹੁਣ ਕੁਝ ਅਰਥਾਂ ਵਿੱਚ ਜੀਵਨ ਆਸਾਨ ਹੈ। ਤੁਸੀਂ ਇੱਕ ਵੇਵ ਦੇਖਦੇ ਹੋ, ਮੈਂ ਇਹ ਇਕੁਏਸ਼ਨ ਲਿਖ ਸਕਦਾ ਹਾਂ। ਬੇਸ਼ੱਕ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਵੇਵ ਇਕੁਏਸ਼ਨ ਆਪਣੇ ਆਪ ਵਿੱਚ ਕੁਝ ਅਨੁਮਾਨਾਂ ਦੇ ਅਧੀਨ ਲਿਆ ਗਿਆ ਹੈ। ਖਾਸ ਤੌਰ ਤੇ ਇਹ ਧਿਆਨ ਵਿੱਚ ਰੱਖੋ ਕਿ ਅਸੀਂ ਇਸ ਨੂੰ ਲੀਨੀਅਰਿਟੀ ਤੇ ਸੈੱਟ ਕਰਨ ਲਈ ਅਪਰੋਕਸੀਮੇਸ਼ਨ ਲਾਗੂ ਕੀਤਾ ਸੀ। ਇਸ ਲਈ ਦੂਜੇ ਸ਼ਬਦਾਂ ਵਿੱਚ ਜਦੋਂ ਵੀ ਸਾਡੇ ਕੋਲ ਇੱਕ ਸਾਈਨ ਥੀਟਾ ਹੁੰਦਾ ਸੀ ਤਾਂ ਅਸੀਂ ਇਸ ਨੂੰ ਇਕੁਅਲ ਟੂ ਥੀਟਾ ਕਹਿੰਦੇ ਹਾਂ। ਇਸ ਲਈ ਵੇਵ ਇਕੁਏਸ਼ਨ ਨੂੰ ਪ੍ਰਾਪਤ ਕਰਨ ਲਈ ਇਸ ਕਿਸਮ ਦੇ ਅਨੁਮਾਨ ਲਗਾਏ ਗਏ ਹਨ ਅਤੇ ਇਸ ਲਈ ਹੁਣ ਤੁਸੀਂ ਪ੍ਰੋਬਲਮਸ ਨੂੰ ਹੱਲ ਕਰ ਸਕਦੇ ਹੋ। ਜਿਵੇਂ ਕਿ ਮੇਰੇ ਕੋਲ ਇਨਕਮਿੰਗ ਵੇਵ ਹੈ, ਇੱਕ ਬੈਰੀਅਰ ਹੈ, ਤਾਂ ਅਜਿਹੀ ਸਥਿਤੀ ਵਿੱਚ ਕੀ ਵਾਪਰਦਾ ਹੈ? ਤਾਂ ਮੇਰੇ ਕੋਲ ਇੱਕ ਇਨਕਮਿੰਗ ਵੇਵ ਹੈ ਜੋ ਬੈਰੀਅਰ ਨੂੰ ਹਿੱਟ ਕਰਦੀ ਹੈ। ਇਸ ਲਈ ਉਸ ਦਾ ਇੱਕ ਹਿੱਸਾ ਰਿਫਲੈਕਟਡ ਹੁੰਦਾ ਹੈ ਅਤੇ ਇਸ ਦਾ ਇੱਕ ਹਿੱਸਾ ਬੈਰੀਅਰ ਦੇ ਦੂਜੇ ਪਾਸੇ ਵਿੱਚ ਟ੍ਰਾਂਸਮਿਟ ਹੁੰਦਾ ਹੈ। ਅਤੇ ਅਸਲ ਵਿੱਚ ਤੁਸੀਂ ਇਹ ਕਹਿ ਕੇ ਪ੍ਰੋਬਲਮ ਵਿੱਚ ਹੋਰ ਕੰਪਲੈਕਸਿਟੀ ਜੋੜ ਸਕਦੇ ਹੋ ਕਿ ਖੱਬੇ ਪਾਸੇ ਮੇਰੇ ਕੋਲ ਇਹ ਮੀਡੀਅਮ ਹੈ ਜਿਸ ਨੂੰ Z1 ਇੰਪੀਡੈਂਸ ਨਾਲ ਦਰਸਾਇਆ ਗਿਆ ਹੈ ਅਤੇ ਰਾਈਟ ਹੈਂਡ ਸਾਈਡ ਮੇਰੇ ਕੋਲ ਇੱਕ ਵੱਖਰਾ ਮੀਡੀਅਮ ਹੈ ਜਿਸ ਨੂੰ Z2 ਨਾਲ ਦਰਸਾਇਆ ਗਿਆ ਹੈ। ਠੀਕ ਹੈ, ਤਾਂ ਮੈਂ ਇਸ ਇਨਕਮਿੰਗ ਜਾਂ ਰਿਫਲੈਕਟਡ ਅਤੇ ਟ੍ਰਾਂਸਮਿਟਡ ਕੰਪੋਨੈਂਟ ਨੂੰ ਕਿਵੇਂ ਜੋੜਾਂਗਾ? ਇਸ ਲਈ ਅਸੀਂ ਇਹਨਾਂ ਸਭ ਨੂੰ ਦੇਖਿਆ ਤਾਂ ਅਸੀਂ ਪ੍ਰਾਪਤ ਕਰਦੇ ਹਾਂ ਕਿ ਰਿਫਲੈਕਸ਼ਨ ਕੋਐਫੀਸ਼ੀਐਂਟ ਟ੍ਰਾਂਸਮਿਸ਼ਨ ਕੋਐਫੀਸ਼ੀਐਂਟ ਕੀ ਹੈ। ਅਤੇ ਮੰਨ ਲਓ ਕਿ ਜੇਕਰ ਤੁਹਾਡਾ ਬੈਰੀਅਰ ਖੁਦ ਇੱਥੇ ਚੌੜਾਈ b ਦੇ ਨਾਲ ਇੱਕ ਹੋਰ ਮੀਡੀਅਮ ਹੈ ਤਾਂ ਸਾਨੂੰ ਇਹ ਵੀ ਕੰਡੀਸ਼ਨ ਮਿਲੀ ਹੈ ਜਿਸ ਦੇ ਤਹਿਤ ਸਾਰੀ ਇਨਕਮਿੰਗ ਵੇਵ ਨੂੰ ਬਿਨਾਂ ਰਿਫਲੈਕਟਡ ਕੰਪੋਨੈਂਟ ਦੇ ਟ੍ਰਾਂਸਮਿਟ ਕੀਤਾ ਜਾ ਸਕਦਾ ਹੈ। ਇਸ ਲਈ ਇਸ ਨੂੰ ਇੰਪੀਡੈਂਸ ਮੈਚਿੰਗ ਕੰਡੀਸ਼ਨ ਕਿਹਾ ਜਾਂਦਾ ਹੈ। ਅਸੀਂ ਇਹ ਸਾਰੇ ਕੇਸ ਪ੍ਰਾਪਤ ਕਰਦੇ ਹਾਂ ਅਤੇ ਅਸੀਂ ਵੇਵਜ਼ ਦੀ ਗਤੀ ਦੇਖਣ ਵਿੱਚ ਲਗਭਗ ਇੱਕ ਹਫ਼ਤਾ ਬਿਤਾਇਆ। ਅਸੀਂ ਸਾਊਂਡ ਵੇਵਜ਼ ਦੇ ਇੱਕ ਵਿਸ਼ੇਸ਼ ਮਾਮਲੇ ਦਾ ਅਧਿਐਨ ਕੀਤਾ ਹੈ। ਸਾਊਂਡ ਵੇਵਜ਼ ਲੌਂਗੀਟਿਊਡਨਲ ਵੇਵਜ਼ ਹੁੰਦੀਆਂ ਹਨ। ਓਸੀਲੇਸ਼ਨਸ ਉਸੇ ਡਾਇਰੈਕਸ਼ਨ ਵਿੱਚ ਹੁੰਦੇ ਹਨ ਜਿਵੇਂ ਕਿ ਪ੍ਰੋਪੇਗੇਸ਼ਨ ਦੀ ਡਾਇਰੈਕਸ਼ਨ। ਇਸ ਲਈ ਉੱਥੇ ਅਸੀਂ ਸਾਊਂਡ ਦੀ ਗਤੀ ਪ੍ਰਾਪਤ ਕਰਦੇ ਹਾਂ। ਸਾਊਂਡ ਦੀ ਫੇਜ਼ ਵੈਲੋਸਿਟੀ ਜਾਂ ਸਾਊਂਡ ਦੀ ਵੈਲੋਸਿਟੀ ਕੇਵਲ ਸਕੁਏਅਰ ਰੂਟ ਆਫ ਗਾਮਾ p ਬਾਏ ਰੋ ਹੈ। p ਪ੍ਰੈਸ਼ਰ ਹੈ ਅਤੇ ਰੋ ਮੀਡੀਅਮ ਦੀ ਡੈਂਸਿਟੀ ਹੈ। ਇਸ ਲਈ ਇੱਥੇ ਦੁਬਾਰਾ
ਅਸੀਂ ਪ੍ਰੋਬਲਮਸ ਨੂੰ ਸੰਭਾਲ ਸਕਦੇ ਹਾਂ, ਜਿਵੇਂ ਕਿ ਸਾਡੇ ਕੋਲ ਇੱਕ ਆਉਣ ਵਾਲੀ ਸਾਊਂਡ ਵੇਵ ਹੈ ਅਤੇ ਮੀਡੀਅਮ ਵਿੱਚ ਤਬਦੀਲੀ ਹੁੰਦੀ ਹੈ ਕਿ ਇਸ ਦਾ ਕਿੰਨਾ ਹਿੱਸਾ ਟ੍ਰਾਂਸਮਿਟ ਹੁੰਦਾ ਹੈ, ਕਿ ਇਸ ਦਾ ਕਿੰਨਾ ਹਿੱਸਾ ਰਿਫਲੈਕਟਡ ਹੁੰਦਾ ਹੈ। ਅਤੇ ਜੇਕਰ ਇਹ ਇੰਪੀਡੈਂਸ Z1 ਦੇ ਨਾਲ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਵਿੱਚ ਇੰਪੀਡੈਂਸ Z2 ਨਾਲ ਜਾ ਰਿਹਾ ਹੋਵੇ ਤਾਂ ਕੀ ਹੁੰਦਾ ਹੈ। ਤਾਂ ਜੋ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਅਧਿਐਨ ਕੀਤਾ, ਅਸੀਂ ਸਾਊਂਡ ਦੀ ਇੰਟੈਂਸਿਟੀ ਵਰਗੇ ਮਾਪਾਂ ਨੂੰ ਵੀ ਦੇਖਿਆ। ਇਹ ਡੈਸੀਬਲ ਵਿੱਚ ਕਿਵੇਂ ਪ੍ਰਗਟ ਕੀਤਾ ਜਾਂਦਾ ਹੈ। ਅਤੇ ਇਸ ਤਰ੍ਹਾਂ ਅਸੀਂ ਇੱਕ ਫੋਰੀਅਰ ਸੀਰੀਜ਼ ਨੂੰ ਦੇਖਣ ਵਿੱਚ ਲਗਭਗ ਇੱਕ ਹਫ਼ਤਾ ਬਿਤਾਇਆ। ਤਾਂ ਜੇਕਰ ਤੁਹਾਨੂੰ ਯਾਦ ਹੈ ਕਿ ਅਸੀਂ ਸ਼ੁਰੂ ਵਿੱਚ ਕਿਹਾ ਸੀ ਕਿ ਜੇਕਰ ਮੇਰੇ ਕੋਲ ਦੋ ਵੇਵਫਾਰਮ ਹਨ ਤਾਂ ਮੈਂ ਉਹਨਾਂ ਨੂੰ ਇਕੱਠਿਆਂ ਜੋੜ ਸਕਦਾ ਹਾਂ। ਲੀਨੀਅਰ ਵੇਵ ਇਕੁਏਸ਼ਨ ਲਈ ਸੁਪਰਪੋਜੀਸ਼ਨ ਪ੍ਰਿੰਸੀਪਲ ਦੇ ਕਾਰਨ ਉਹਨਾਂ ਵਿੱਚੋਂ ਦੋ ਨੂੰ ਮੈਂ ਜੋੜ ਸਕਦਾ ਹਾਂ ਅਤੇ ਇੱਕ ਨਵੀਂ ਵੇਵਫਾਰਮ ਪੈਦਾ ਕਰਦੇ ਹਨ। ਹੁਣ ਜੇਕਰ ਮੇਰੇ ਕੋਲ ਇੱਕ ਵੇਵਫਾਰਮ ਹੈ ਜੋ ਇਹਨਾਂ ਦਾ ਇੱਕ ਜੋੜ ਹੈ ਤਾਂ ਕੀ ਮੈਂ ਉਹਨਾਂ ਜਾਂ ਕੰਪੋਨੈਂਟਸ ਨੂੰ ਦੁਬਾਰਾ ਤਿਆਰ ਕਰ ਸਕਦਾ ਹਾਂ ਜੋ ਇਕੱਠੇ ਜੋੜੇ ਗਏ ਸਨ, ਜੋ ਕਿ ਫੋਰੀਅਰ ਸੀਰੀਜ਼ ਦੁਆਰਾ ਕੀਤੇ ਗਏ ਹਨ। ਤਾਂ ਇਹ ਜ਼ਰੂਰੀ ਤੌਰ ਤੇ ਵੇਵਜ਼ ਨੂੰ ਇਸ ਦੇ ਕੰਪੋਨੈਂਟ ਪਾਰਟਸ ਵਿੱਚ ਵਿਭਾਜਿਤ ਕਰਦਾ ਹੈ। ਕੰਪੋਨੈਂਟ ਪਾਰਟਸ ਕੀ ਹਨ? ਕੰਪੋਨੈਂਟ ਪਾਰਟਸ ਖੁਦ ਵੱਖ-ਵੱਖ ਫ੍ਰੀਕੁਐਂਸੀਜ਼ ਦੇ ਸਾਈਨ ਅਤੇ ਕੋਸਾਈਨ ਹਨ। ਅਸੀਂ ਫੋਰੀਅਰ ਟ੍ਰਾਂਸਫਾਰਮ ਵੀ ਦੇਖਿਆ। ਅਸੀਂ ਇਹ ਵੀ ਦੇਖਿਆ ਕਿ ਇਸ ਨੂੰ ਵੇਵਜ਼ ਦੀ ਊਰਜਾ ਪ੍ਰਾਪਤ ਕਰਨ ਲਈ ਕਿਵੇਂ ਵਰਤਿਆ ਜਾ ਸਕਦਾ ਹੈ। ਫਿਰ ਅਸੀਂ ਆਪਟਿਕਸ ਵਿੱਚ ਵੇਵਜ਼ ਦੇਖਣ ਵਿੱਚ ਲਗਭਗ 2 ਹਫ਼ਤੇ ਬਿਤਾਏ। ਸਾਰੇ ਨਤੀਜਿਆਂ ਨੂੰ ਯਾਦ ਕਰਨ ਦਾ ਸਮਾਂ ਬਹੁਤ ਛੋਟਾ ਹੈ, ਪਰ ਖਾਸ ਤੌਰ ਤੇ ਜੇਕਰ ਤੁਹਾਨੂੰ ਯਾਦ ਹੈ ਕਿ ਅਸੀਂ 2 ਲਿਮਿਟ ਦੇਖੀਆਂ ਹਨ। ਇੱਕ ਜਿੱਥੇ ਤੁਸੀਂ ਸੋਚ ਸਕਦੇ ਹੋ ਕਿ ਤੁਹਾਡੀ ਵੇਵਫਾਰਮ ਦੀ ਵੇਵਲੈਂਥ ਟੈਂਡਿੰਗ ਟੂ 0 ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਇਸ ਨੂੰ ਇੱਕ ਕਿਰਨ ਦੁਆਰਾ ਦਰਸਾ ਸਕਦੇ ਹੋ। ਅਤੇ ਰਿਫਲੈਕਸ਼ਨ ਅਤੇ ਰਿਫਰੈਕਸ਼ਨ ਇਸ ਤਰ੍ਹਾਂ ਦੀਆਂ ਰੇ ਫਿਨੋਮੇਨਾ ਦੁਆਰਾ ਵਧੀਆ ਤਰੀਕੇ ਨਾਲ ਦਰਸਾਇਆ ਜਾਂਦਾ ਹੈ। ਦੂਜੇ ਪਾਸੇ ਜੇਕਰ ਤੁਸੀਂ ਇੰਟਰਫੇਰੈਂਸ ਨੂੰ ਇਸ ਤਰ੍ਹਾਂ ਦੇਖਣਾ ਚਾਹੁੰਦੇ ਹੋ ਤਾਂ ਇਹ ਨਿਊਟਨ ਰਿੰਗਸ ਹਨ ਜੋ ਤੁਹਾਨੂੰ ਯਾਦ ਹੋ ਸਕਦੀਆਂ ਹਨ। ਇਸ ਲਈ ਜੇਕਰ ਤੁਸੀਂ ਨਿਊਟਨਸ ਰਿੰਗਸ ਨੂੰ ਲਾਗੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਰੇ ਫੋਰਮ ਤੋਂ ਅੱਗੇ ਜਾਣ ਦੀ ਲੋੜ ਹੈ। ਤੁਹਾਨੂੰ ਓਸੀਲੇਸ਼ਨ ਜਾਂ ਓਸੀਲੇਟਰੀ ਪਾਰਟਸ ਨੂੰ ਵੀ ਵਿਚਾਰਨ ਦੀ ਲੋੜ ਹੈ। ਇਸ ਲਈ ਤੁਹਾਨੂੰ ਪੂਰੀ ਵੇਵ ਫੋਰਮ ਤੇ ਵਿਚਾਰ ਕਰਨ ਦੀ ਲੋੜ ਹੈ। ਇਸ ਲਈ ਦੋ ਵੇਵ ਫੋਰਮ ਨੂੰ ਦੇਖ ਕੇ ਜੋ ਇੱਕੋ ਸਿਸਟਮ ਦੇ ਦੋ ਵੱਖ-ਵੱਖ ਹਿੱਸਿਆਂ ਤੋਂ ਰਿਫਲੈਕਟ ਹੁੰਦੇ ਹਨ। ਅਤੇ ਜ਼ਰੂਰੀ ਤੌਰ ਤੇ ਇਹ ਵਿਚਾਰ ਫੇਜ਼ ਡਿਫਰੈਂਸ ਵਿੱਚ ਬਦਲਦੇ ਪਾਥ ਡਿਫਰੈਂਸ ਨੂੰ ਦੇਖਣਾ ਸੀ। ਅਤੇ ਇਹ ਦੇਖਣਾ ਸੀ ਕਿ ਤੁਸੀਂ ਉਸ ਪਾਥ ਡਿਫਰੈਂਸ ਵਿੱਚ ਕਿੰਨੀਆਂ ਵੇਵਲੈਂਥ ਨੂੰ ਸ਼ਾਮਿਲ ਕਰ ਸਕਦੇ ਹੋ। ਅਤੇ ਇਸ ਤੇ ਨਿਰਭਰ ਕਰਦਾ ਹੈ ਤੁਸੀਂ ਕਿੰਨੀ ਵੇਵ ਲੰਬਾਈ ਨੂੰ ਸ਼ਾਮਿਲ ਕਰ ਸਕਦੇ ਹੋ। ਤੁਸੀਂ ਜਾਂ ਤਾਂ ਡਿਸਟ੍ਰਕਟਿਵ ਜਾਂ ਕੰਸਟਰਕਟਿਵ ਇੰਟਰਫੇਰੈਂਸ ਪ੍ਰਾਪਤ ਕਰ ਸਕਦੇ ਹੋ। ਅੰਤ ਵਿੱਚ ਅਸੀਂ ਇਹ ਹਫ਼ਤਾ ਇਹ ਦੇਖਦੇ ਹੋਏ ਬਿਤਾਇਆ ਕਿ ਇਹਨਾਂ ਸਾਰੀਆਂ ਲੀਨੀਅਰ ਅਜ਼ੰਪਸ਼ਨਸ ਤੋਂ ਇਲਾਵਾ ਕੀ ਹੁੰਦਾ ਹੈ। ਇਸ ਲਈ ਪਹਿਲੇ 11 ਹਫ਼ਤਿਆਂ ਵਿੱਚ ਜੋ ਵੀ ਅਸੀਂ ਅਧਿਐਨ ਕੀਤਾ ਹੈ ਉਹ ਲੀਨੀਅਰਿਟੀ ਅਜ਼ੰਪਸ਼ਨ ਦੁਆਰਾ ਕਰਨਾ ਸੀ। ਜੇਕਰ ਤੁਹਾਨੂੰ ਯਾਦ ਹੈ ਪਹਿਲੇ ਹਫ਼ਤੇ ਅਸੀਂ ਕਿਹਾ ਸੀ ਕਿ ਰੀਸਟੋਰਿੰਗ ਫੋਰਸ ਡਿਸਪਲੇਸਮੈਂਟ ਦੇ ਪ੍ਰੋਪੋਰਸ਼ਨਲ ਹੈ ਜਾਂ ਐਕਸ ਸਿਧਾਂਤਕ ਤੌਰ ਤੇ ਇਹ ਬਹੁਤ ਸਾਰੇ ਸਿੰਪਲ ਸਿਸਟਮ ਲਈ ਕੰਮ ਕਰਦਾ ਹੈ, ਪਰ ਬਹੁਤ ਸਾਰੇ ਫਿਨੋਮੇਨਾ ਹਨ ਜਿੱਥੇ ਰੀਸਟੋਰਿੰਗ ਫੋਰਸ ਸਿਰਫ ਐਕਸ ਦੇ ਪ੍ਰੋਪੋਰਸ਼ਨਲ ਨਹੀਂ ਹੈ। ਇਹ ਅਸਲ ਵਿੱਚ ਕੋਈ ਨੌਨ ਲੀਨੀਅਰ ਫੰਕਸ਼ਨ ਹੈ। ਇਸ ਲਈ ਇਹ ਵਧੇਰੇ ਕੰਪਲਿਕੇਟਡ ਫੰਕਸ਼ਨ ਹਨ। ਇਸ ਲਈ ਇੱਕ ਵਾਰ ਜਦੋਂ ਤੁਸੀਂ ਪੈਂਡੂਲਮ ਵਰਗੀ ਕੋਈ ਚੀਜ਼ ਪਾ ਦਿੰਦੇ ਹੋ, ਜੇਕਰ ਤੁਹਾਡੇ ਕੋਲ ਆਰਬਿਟਰੇਰੀ ਐਂਪਲੀਟਿਊਡ ਹੈ ਤਾਂ ਤੁਹਾਨੂੰ ਇਹ ਇੱਕ ਨੌਨ ਲੀਨੀਅਰ ਸਿਸਟਮ ਦੀ ਲੋੜ ਹੈ ਅਤੇ ਇਸ ਨੂੰ ਹੱਲ ਕਰਨਾ ਇੱਕ ਹਾਰਮੋਨਿਕ ਓਸੀਲੇਟਰ ਪ੍ਰੋਬਲਮ ਨੂੰ ਹੱਲ ਕਰਨ ਜਿੰਨਾ ਆਸਾਨ ਨਹੀਂ ਹੈ। ਇਸ ਲਈ ਅਸੀਂ ਉਸ ਤਰ੍ਹਾਂ ਦੇ ਨੌਨ ਲੀਨੀਅਰ ਓਸੀਲੇਸ਼ਨ ਦੇਖੇ। ਅਤੇ ਇੱਕ ਮਹੱਤਵਪੂਰਨ ਨਵੀਂ ਅਤੇ ਨਵੇਂ ਫਿਨੋਮੇਨਾ ਜਿਸ ਬਾਰੇ ਅਸੀਂ ਕਿਹਾ ਦੇਖਿਆ ਉਹ ਕੇਓਸ ਹੈ। ਸਿਸਟਮ ਕਿਓਟਿਕ ਬਿਹੇਵੀਅਰ ਦਿਖਾ ਸਕਦਾ ਹੈ, ਭਾਵ ਇਹ ਇਰੈਗੂਲਰ ਹੈ, ਪਰ ਜਿਵੇਂ ਕਿ ਮੈਂ ਇਸ ਗੱਲ ਤੇ ਜ਼ੋਰ ਦਿੰਦਾ ਰਿਹਾ ਹਾਂ ਕਿ ਕੇਓਸ ਟਾਈਮ ਇੱਕ ਫੰਕਸ਼ਨ ਦੇ ਰੂਪ ਇਸ ਡਿਸਪਲੇਸਮੈਂਟ ਵਿੱਚ ਵਿਜ਼ੂਅਲ ਇਰੈਗੂਲੈਰਿਟੀ ਨਾਲੋਂ ਬਹੁਤ ਜ਼ਿਆਦਾ ਹੈ। ਇਸ ਵਿੱਚ ਹੋਰ ਵੀ ਕਾਫੀ ਕੁਝ ਹੈ ਅਤੇ ਇਹ ਦੁਬਾਰਾ ਆਪਣੇ ਆਪ ਵਿੱਚ ਇੱਕ ਵੱਖਰਾ ਕੋਰਸ ਹੋ ਸਕਦਾ ਹੈ। ਅਤੇ ਅੰਤ ਵਿੱਚ ਅਸੀਂ ਸੋਲਿਟੋਨਸ ਬਾਰੇ ਵੀ ਥੋੜ੍ਹਾ ਜਿਹਾ ਅਧਿਐਨ ਕੀਤਾ ਜੋ ਲਾਜ਼ਮੀ ਤੌਰ ਤੇ ਨੌਨ ਲੀਨੀਅਰ ਪਾਰਸ਼ਲ ਡਿਫਰੈਂਸ਼ੀਅਲ ਦੁਆਰਾ ਦਰਸਾਏ ਜਾਂਦੇ ਹਨ। ਇਸ ਲਈ ਇਹ ਵਿਸ਼ੇਸ਼ ਹਨ ਕਿਉਂਕਿ ਇਹ ਵੇਵਜ਼ ਆਸਾਨੀ ਨਾਲ ਡਿਸਪਰਸ ਨਹੀਂ ਹੁੰਦੀਆਂ, ਇਸ ਲਈ ਉਹ ਲੰਬੀ ਦੂਰੀ ਤੱਕ ਯਾਤਰਾ ਕਰ ਸਕਦੀਆਂ ਹਨ ਅਤੇ ਡਿਸਪਰਸਿੰਗ ਤੋਂ ਬਿਨਾਂ ਲੰਬੇ ਸਮੇਂ ਤੱਕ ਆਲੇ-ਦੁਆਲੇ ਰਹਿੰਦੀਆਂ ਹਨ। ਦੂਜੇ ਸ਼ਬਦਾਂ ਵਿੱਚ, ਜਿਵੇਂ ਕਿ ਮੈਂ ਇੱਥੇ ਦਿਖਾਇਆ ਹੈ ਕਿ ਵੇਵ ਦੀ ਸ਼ੇਪ ਆਪਣੇ ਆਪ ਨੂੰ ਡਿਸਟੋਰਟ ਨਹੀਂ ਕਰਦੀ ਹੈ ਜਦੋਂ ਇਹ ਲੰਬੀ ਦੂਰੀ ਅਤੇ ਲੰਬੇ ਸਮੇਂ ਲਈ ਯਾਤਰਾ ਕਰਦੀ ਹੈ।
ਤਾਂ ਉਹ ਮੱਧਮ ਨਹੀਂ ਪੈਂਦੀਆਂ ਹਨ। ਇਹ ਸਟੈਂਡਰਡ ਵੇਵਫਾਰਮ ਤੋਂ ਬਹੁਤ ਵੱਖਰਾ ਹੈ। ਜੋ ਤੁਸੀਂ ਦੇਖਦੇ ਹੋ, ਜਿਵੇਂ ਕਿ ਮੈਂ ਕਿਹਾ ਸੀ ਕਿ ਅਸੀਂ ਇੱਕ ਪੱਥਰ ਨੂੰ ਪਾਣੀ ਵਿੱਚ ਸੁੱਟਦੇ ਹਾਂ, ਇਸ ਨਾਲ ਵੇਵਜ਼ ਪੈਦਾ ਹੁੰਦੀਆਂ ਹਨ। ਪਰ ਬਹੁਤ ਜਲਦੀ ਹੀ ਵੇਵਜ਼ ਖਤਮ ਹੋ ਜਾਂਦੀਆਂ ਹਨ। ਇਸ ਲਈ ਇਹ ਅਸਲ ਵਿੱਚ ਕਮਾਲ ਦੀ ਗੱਲ ਹੈ ਕਿ ਵੇਵਜ਼ ਦੀ ਸ਼ੇਪ ਲੰਬੀ ਦੂਰੀ ਤੱਕ ਬਣਾਈ ਰੱਖੀ ਜਾ ਸਕਦੀ ਹੈ। ਅਤੇ ਇਸ ਵਿੱਚ ਅਸਲ ਵਿੱਚ ਮਹੱਤਵਪੂਰਨ ਐਪਲੀਕੇਸ਼ਨ ਵੀ ਹਨ। ਇਸ ਲਈ ਇਹ ਜ਼ਰੂਰੀ ਤੌਰ ਤੇ ਉਸ ਹਰ ਚੀਜ਼ ਦਾ ਸਾਰ ਹੈ ਜੋ ਅਸੀਂ ਪਿਛਲੇ 12 ਹਫ਼ਤਿਆਂ ਵਿੱਚ ਕੀਤਾ ਹੈ। ਬੇਸ਼ੱਕ ਮੈਂ ਕੁਆਂਟਮ ਮਕੈਨਿਕਸ ਬਾਰੇ ਇੱਕ ਛੋਟੀ, ਅਸਲ ਵਿੱਚ ਇੱਕ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਹੈ, ਜਿੱਥੇ ਵੇਵ ਫੰਕਸ਼ਨ ਸਿਰਫ ਇੱਕ ਹੋਰ ਵੇਵਫਾਰਮ ਹੈ। ਇਸ ਦੇ ਨਾਲ ਹੀ ਮੈਂ ਇਸ ਕੋਰਸ ਨੂੰ ਸਮਾਪਤ ਕਰਨਾ ਚਾਹਾਂਗਾ ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਕੋਰਸ ਨੂੰ ਪਸੰਦ ਕੀਤਾ ਹੈ ਅਤੇ ਇਹ ਕੋਰਸ ਤੁਹਾਡੇ ਲਈ ਉਪਯੋਗੀ ਹੋਵੇਗਾ। ਧੰਨਵਾਦ।